ਤੇ ਫਿਰ ਉਹ ਤੋਂ ਬਾਅਦ ਮੈਂ 9 ਸਾਲ ਦੀ ਏਜ ਵਿੱਚ ਇੰਡੀਆ ਬੁੱਕ ਆਫ ਰਿਕਾਰਡਸ ਤੇ ਵਰਲਡ ਰਿਕਾਰਡਸ ਇੰਡੀਆ ਦੇ ਵਿੱਚ ਆਪਣਾ ਨਾਮ ਦਰਜ ਕਰਵਾਇਆ ਵੈਬਸਾਈਟ ਬਣਾਉਣ ਲਈ। ਉਹਨਾਂ ਨੂੰ ਵੀ ਬਹੁਤ ਵਧੀਆ ਲੱਗਦਾ ਕਿ ਸਾਡੇ ਸਕੂਲ ਦਾ ਇੱਕ ਬੱਚਾ ਇੰਨਾ ਕੁਝ ਕੰਮ ਕਰ ਪਾ ਰਿਹਾ ਹੈ ਵੀ ਡਿਫਰੈਂਟ ਲੈਂਗੁਏਜਿਸ ਵੀ ਮਤਲਬ ਅਕਸਰ ਲੋਕੀ ਨਹੀਂ ਕਰਦੇ। ਹਾਂਜੀ, ਮੇਰੇ ਟੀਚਰਸ ਮੈਨੂੰ ਕਾਫੀ ਸਪੋਰਟ ਕਰਦੇ ਆ, ਉਹ ਮੈਨੂੰ ਮੋਟੀਵੇਟ ਕਰਦੇ ਆ ਵੀ ਤੂੰ ਹੋਰ ਵੀ ਕਰ, ਅੱਗੇ ਵੱਧ। ਤੇ ਮੇਰੇ ਪ੍ਰਿੰਸੀਪਲ ਵੀ ਮੈਨੂੰ ਸਪੋਰਟ ਕਰਦੇ ਆ। ਫਿਰ ਮੇਰੇ ਪੇਰੈਂਟਸ ਨੇ ਵੀ ਮੈਨੂੰ ਐਕਸਪਲੋਰ ਕੀਤਾ ਕਿ ਇਹ ਅੱਗੇ ਕੁਝ ਕਰ ਸਕਦਾ ਤੇ ਫਿਰ ਉਹਨਾਂ ਨੇ ਵੀ ਮੈਨੂੰ ਇਹ ਸਭ ਕੁਝ ਟੀਚ ਕੀਤਾ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਜੁੜ ਚੁੱਕੇ ਹੋ ਨੇਸ਼ਨ ਪੋਸਟ ਨਾਲ। ਇਸ ਵਕਤ ਅਸੀਂ ਉਸ ਬੱਚੇ ਦੇ ਕੋਲ ਬੈਠੇ ਹੋਏ ਹਾਂ ਜਿਸਨੇ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਮਾਰਕਾ ਮਾਰਿਆ। ਸੋ ਹਮੇਸ਼ਾ ਅਸੀਂ ਬਹੁਤ ਸਾਰੀਆਂ ਤੁਹਾਨੂੰ ਨਿਊਜ਼ ਦਿਖਾਈਆਂ, ਬਹੁਤ ਵੱਖ-ਵੱਖ ਤੁਹਾਨੂੰ ਖਿੱਤਿਆਂ ਨਾਲ ਜੁੜੇ ਹੋਏ ਲੋਕਾਂ ਨਾਲ ਜਿਹੜੀ ਇੰਟਰੈਕਟ ਕਰਾਇਆ, ਪਰ ਅੱਜ ਅਸੀਂ ਜਿੱਥੇ ਆਏ ਹੋਏ ਹਾਂ ਇੱਕ ਬੱਚਾ 11 ਸਾਲ ਦਾ ਜਿਹਦਾ ਨਾਮ ਮਿਦਾਂਸ਼ ਗੁਪਤਾ ਹੈ। ਸੋ ਉਹਨੇ ਆਪਣੀ ਜ਼ਿੰਦਗੀ ਦੇ ਵਿੱਚ ਸਭ ਤੋਂ ਵੱਡੀ ਇੱਕ ਅਚੀਵਮੈਂਟ ਕੀਤੀ ਹੈ ਕਿ ਇੱਕ ਵੈਬਸਾਈਟ ਡਿਵੈਲਪ ਕੀਤੀ ਹੈ। ਸੋ ਜਦੋਂ ਉਹਨੇ ਸਟਾਰਟਿੰਗ ਕੀਤੀ ਸੀ 5 ਸਾਲ ਦੀ ਏਜ ਦੇ ਵਿੱਚ ਉਹਨੇ HTML ਦੇ ਉੱਤੇ ਕੰਮ ਕਰਨਾ ਸਟਾਰਟ ਕੀਤਾ ਤੇ 8 ਸਾਲ ਦੇ ਵਿੱਚ ਵੀ ਉਹਨੇ ਆਪਣੀ ਇੱਕ ਵੈਬਸਾਈਟਸ ਜਿਹੜੀਆਂ ਡਿਵੈਲਪ ਕੀਤੀਆਂ। ਸੋ ਹੁਣ 11 ਸਾਲ ਦੀ ਏਜ ਦੇ ਵਿੱਚ ਵੀ ਵੈਬਸਾਈਟ ਡਿਵੈਲਪ ਕੀਤੀ ਤੇ ਉਹਨਾਂ ਦੇ ਨਾਲ ਉਹਨਾਂ ਦੇ ਫਾਦਰ ਸੰਦੀਪ ਗੁਪਤਾ ਜੀ ਖੁਦ IT ਇੰਜੀਨੀਅਰ ਨੇ। ਸੋ ਵੈਬ ਡਿਵੈਲਪਿੰਗ ਦਾ ਕੰਮ ਕਰਦੇ ਨੇ ਐਂਡ ਇਹਨਾਂ ਦੇ ਮਦਰ ਜਿਹੜੇ ਨੇ ਉਹ ਵੀ ਇੱਕ IT ਨਾਲ ਜੁੜੇ ਹੋਏ ਨੇ, ਉਹ ਖੁਦ ਵੀ ਵੈਬ ਡਿਵੈਲਪਿੰਗ ਦਾ ਕੰਮ ਕਰਦੇ ਨੇ। ਸੋ ਸਤਿ ਸ਼੍ਰੀ ਅਕਾਲ ਮਿਦਾਂਸ਼ੂ ਜੀ। ਸਤਿ ਸ਼੍ਰੀ ਅਕਾਲ ਸੰਦੀਪ ਜੀ। ਸੋ ਸੰਦੀਪ ਜੀ ਤੁਹਾਡੇ ਤੋਂ ਸਟਾਰਟ ਕਰਾਂਗੇ ਕਿ ਮਿਦਾਂਸ਼ੂ ਨੇ ਇਹ ਕਦਮ ਕਦੋਂ ਪੱਟਣੇ ਸ਼ੁਰੂ ਕੀਤੇ, ਕਿਉਂਕਿ ਜ਼ਿੰਦਗੀ 'ਚ ਆਪਾਂ ਕਹਿੰਦੇ ਕੋਈ ਵੀ ਅਚੀਵਮੈਂਟ ਹੁੰਦੀ ਹੈ ਤਾਂ ਉਹਦੇ ਲਈ ਫਸਟ ਸਟੈਪ ਕਦੋਂ ਜਿਹੜਾ ਵਾ ਇਹਨੇ ਪੱਟਿਆ ਇਸ ਕੰਮ ਦੇ ਲਈ? ਇਸ ਕੰਮ ਵਾਸਤੇ ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਸੀ ਕਿ ਉਮਰ 5 ਸਾਲ ਦੀ ਤਕਰੀਬਨ ਤੁਸੀਂ ਲਗਾ ਕੇ ਚੱਲੋ, ਤੇ 5 ਸਾਲ ਦੀ ਉਮਰ 'ਚ ਇਹਨੇ ਜਿਹੜਾ ਹੈਗਾ ਇੰਟਰਸਟ ਲੈਣਾ ਸ਼ੁਰੂ ਕਰਤਾ ਸੀਗਾ। ਸਾਡਾ ਆਫਿਸ ਜਿਹੜਾ ਹੈਗਾ ਸਕੂਲ ਦੋਨੋਂ ਬਹੁਤ ਨਜ਼ਦੀਕ ਹੈਗੇ, ਵਾਕਿੰਗ ਡਿਸਟੈਂਸ ਹੀ ਹੈਗੇ ਹੈ। ਤੇ ਯੂਜੂਲੀ ਆਫਟਰ ਸਕੂਲ ਜਿਹੜਾ ਹੈਗਾ ਇਹ ਜ਼ਿਆਦਾਤਰ ਟਾਈਮ ਆਪਣਾ ਆਫਿਸ 'ਤੇ ਬਿਤਾਉਂਦਾ ਸੀਗਾ। ਤੇ ਉਹਦੇ ਨਾਲ ਕੀ ਹੁੰਦਾ ਸੀਗਾ ਕਿ ਜ਼ਿਆਦਾ ਇਹਨੇ ਕੋਈ ਵੀ ਕੰਮ ਕਰਨਾ ਸਕੂਲ ਦਾ, ਆਪਣਾ ਕੋਈ ਵੀ ਹੋਮਵਰਕ ਦਿੱਤਾ ਹੋਇਆ ਉਹ ਵੀ ਇੱਥੇ ਹੀ ਰਹਿ ਕੇ ਕਰਨਾ। ਤੇ ਉਹਦੇ ਨਾਲ ਜਿੱਦਾਂ ਕਿ ਮੈਂ ਕੁਝ ਬਾਕੀ ਜਿਹੜੇ ਸਟੂਡੈਂਟਸ ਹੈਗੇ ਉਹਨਾਂ ਨੂੰ ਟ੍ਰੇਨਿੰਗ ਦਿੰਦਾ ਸੀਗਾ ਤੇ ਕਲਾਸ 'ਚ ਆ ਕੇ ਬਹਿ ਜਾਂਦਾ ਸੀਗਾ ਕਿ ਜਸਟ ਇਹਦਾ ਚਲੋ ਟਾਈਮ ਪਾਸ ਹੋਣਾ ਸੀਗਾ, ਟਾਈਮ ਪਾਸ ਵੀ ਹੋ ਜਾਂਦਾ। ਬਟ ਉੱਥੋਂ ਇਹਨੇ ਇੰਟਰਸਟ ਲੈਣਾ ਸ਼ੁਰੂ ਕੀਤਾ ਬੇਸਿਕਲੀ। ਤੇ ਸਾਨੂੰ ਵੀ ਫਸਟ ਟਾਈਮ ਆਇਡੈਂਟੀਫਾਈ ਹੋਇਆ ਕਿ ਇਹ ਹੁਣ ਮਤਲਬ ਜਿੱਦਾਂ ਇੰਟਰਸਟ ਲੈ ਰਿਹਾ ਔਰ ਇਹਨੂੰ ਚੀਜ਼ਾਂ ਸਮਝ ਵੀ ਆ ਰਹੀ ਹੈ ਤੇ ਇਹ ਅੱਗੇ ਕੁਝ ਕਰ ਸਕਦਾ। ਬਿਲਕੁਲ। ਸੋ ਇਹਨੂੰ ਆਪਾਂ ਕਹਿ ਸਕਦੇ ਹਾਂ ਕਿ ਜਿੱਦਾਂ ਹਰ ਇੱਕ ਦਾ ਇੱਕ ਡਰੀਮ ਹੁੰਦਾ ਹੈ ਕਿ ਡਾਕਟਰ ਜਿਹੜੀ ਫੈਮਿਲੀ ਹੁੰਦੀ ਉਹ ਸੋਚਦੇ ਨੇ ਕਿ ਸਾਡਾ ਬੱਚਾ ਡਾਕਟਰ ਬਣੇ। ਸੋ ਜਿਹੜੇ ਇੰਜੀਨੀਅਰ ਉਹ ਸੋਚਦੇ ਨੇ ਇੰਜੀਨੀਅਰ ਬਣੇ। ਤੁਸੀਂ IT ਇੰਜੀਨੀਅਰ ਸੀਗੇ ਜਾਂ ਤੁਸੀਂ IT ਦੇ ਵਿੱਚ ਵੈਬ ਡਿਵੈਲਪਿੰਗ ਦਾ ਕੰਮ ਤੁਸੀਂ ਵੀ ਸੋਚਿਆ ਹੋਏਗਾ ਵੀ ਠੀਕ ਹੈ ਬੱਚਾ ਕਿਹਦਾ ਕੀ ਕਰੇਗਾ? ਨਹੀਂ, ਡੈਫੀਨੇਟਲੀ ਮੈਨੂੰ ਇੰਟਰਸਟ ਰਹਿੰਦਾ ਸੀਗਾ ਕਿਉਂਕਿ ਮੈਂ ਆਪ IT ਲਾਈਨ ਦੇ ਅੰਦਰ ਬਹੁਤ ਜ਼ਿਆਦਾ ਕੰਮ ਕੀਤਾ ਹੈ, ਕਰ ਵੀ ਰਿਹਾ ਤੇ ਮੈਨੂੰ ਇੰਟਰਸਟ ਰਹਿੰਦਾ ਸੀਗਾ IT ਦੇ ਅੰਦਰ, ਪ੍ਰੋਗਰਾਮਿੰਗ ਦੇ ਅੰਦਰ ਮੈਨੂੰ ਬਹੁਤ ਜ਼ਿਆਦਾ ਆਪਣੇ ਜਿਹੜਾ ਹੈਗਾ ਇੱਕ ਕਰੇਜ਼ ਹੁੰਦਾ ਸੀਗਾ ਕਿ ਪ੍ਰੋਗਰਾਮਿੰਗ ਦਾ। ਤੇ ਨਾਲ ਦੀ ਨਾਲ ਫਿਰ ਮੈਨੂੰ ਇਹ ਵੀ ਹੁੰਦਾ ਸੀਗਾ ਕਿ ਅਗਰ ਇਹ ਵੀ ਸਿੱਖੇ ਤਾਂ ਮੈਨੂੰ ਬਹੁਤ ਵਧੀਆ ਲੱਗੂਗਾ ਤੇ ਇਹਨੇ ਇੰਟਰਸਟ ਲੈਣਾ ਸ਼ੁਰੂ ਵੀ ਕੀਤਾ। ਸੋ ਬਿਲਕੁਲ ਜੀ, ਜਿਸ ਤਰੀਕੇ ਨਾਲ ਆਪਾਂ ਕਹਿੰਦੇ ਨਾ ਵੀ ਪੰਜਾਬੀ ਦੀ ਕਹਾਵਤ ਆ ਖਰਬੂਜੇ ਵੱਲ ਦੇ ਕੇ ਖਰਬੂਜਾ ਰੰਗ ਫੜਦਾ। ਸੋ ਉਸੇ ਤਰੀਕੇ ਨਾਲ ਕਿਤੇ ਮਾਂ-ਬਾਪ ਦੀਆਂ ਜੋ ਵੀ ਫੀਲਡ ਹੁੰਦੇ ਨੇ ਮੋਸਟਲੀ ਜ਼ਿਆਦਾਤਰ ਬੱਚੇ ਉਸੇ ਹੀ ਫੀਲਡ 'ਚ ਜਾਂਦੇ ਨੇ। ਬਹੁਤ ਘੱਟ ਹੈ ਕਿ ਅਗਰ ਕੋਈ ਡਾਕਟਰ ਹੋਵੇ ਤੇ ਉਹਦਾ ਬੱਚਾ ਜਿਹੜਾ ਵਾ ਤੰਦੂਲਕਰ ਦੀ ਤਰ੍ਹਾਂ ਉਹ ਕ੍ਰਿਕਟਰ ਬਣੇ ਜਾਂ ਕੁਛ ਹੋਰ ਫੀਲਡ ਦੇ ਵਿੱਚ ਆਵੇ। ਪਰ ਇੱਥੇ ਉਹ ਚੀਜ਼ ਬਿਲਕੁਲ ਹੈ ਕਿ ਖੁਦ IT ਨਾਲ ਜੁੜੇ ਹੋਏ ਨੇ ਮਾਂ-ਬਾਪ ਤੇ ਬੱਚਾ ਵੀ IT ਫੀਲਡ ਦੇ ਵਿੱਚ ਆਪਣੀਆਂ ਮੱਲਾਂ ਮਾਰ ਚੁੱਕਿਆ। ਸੋ ਇਸ ਟਾਈਮ ਅਸੀਂ ਗੱਲ ਕਰੀਏ ਕਿ 11 ਸਾਲ ਦੀ ਏਜ ਦੇ ਵਿੱਚ ਜਸਟ 5ਵੀਂ ਕਲਾਸ ਵਿੱਚ ਇਹ ਬੱਚਾ ਪੜ੍ਹ ਰਿਹਾ ਤੇ 5ਵੀਂ ਕਲਾਸ ਪੜ੍ਹਦੇ ਹੋਏ ਨੇ ਆਪਣੀ ਇਨਕਮ ਤੱਕ ਸਟਾਰਟ ਕਰਤੀ ਤੇ ਅੱਜ ਦੀ ਡੇਟ ਦੇ ਵਿੱਚ ਸੋ ਇਹ ਲੋਕਾਂ ਨੂੰ ਜਿਹੜੀ ਆ ਇੰਪਲੋਇਮੈਂਟ ਵੀ ਕ੍ਰੀਏਟ ਕਰ ਚੁੱਕਿਆ ਕਿ ਲੋਕਾਂ ਨੂੰ ਇਹਦੇ ਕੋਲੋਂ ਕਮਾਈ ਵੀ ਮਿਲ ਰਹੀ ਆ। ਸੋ ਗੱਲ ਕਰਦੇ ਹੁਣ ਮਿਦਾਂਸ਼ੂ ਗੁਪਤਾ ਜੀ। ਸੋ ਮਿਦਾਂਸ਼ੂ ਜੀ, ਕਿਸ ਤਰੀਕੇ ਨਾਲ ਫੀਲ ਹੋ ਰਿਹਾ ਕਿ ਜਦੋਂ ਤੁਹਾਨੂੰ ਅੱਜ ਤੁਹਾਡੀ ਇੰਟਰਵਿਊ ਲੈਣ ਵਾਸਤੇ ਹਰ ਇੱਕ ਮੀਡੀਆ ਜਾਂ ਕੋਈ ਚੈਨਲ ਜਾਂ ਅਖਬਾਰ ਆਉਂਦਾ ਤੇ ਕਿਸ ਤਰੀਕੇ ਨਾਲ ਫੀਲ ਹੁੰਦਾ ਤੁਹਾਨੂੰ ਉਸ ਅਚੀਵਮੈਂਟ? ਮੈਨੂੰ ਬਹੁਤ ਵਧੀਆ ਲੱਗਦਾ ਕਿ ਮੈਂ ਇੰਟਰਵਿਊ ਦੇ ਪਾ ਰਿਹਾ ਵੀ, ਅਲੱਗ-ਅਲੱਗ ਚੈਨਲਸ ਆ ਰਹੇ ਆ ਤੇ ਮੈਂ ਉਹਨਾਂ ਨੂੰ ਇੰਟਰਵਿਊ ਦੇ ਰਿਹਾ ਤੇ ਇਹ ਮੇਰੇ ਲਈ ਇੱਕ ਪ੍ਰਾਊਡ ਮੂਮੈਂਟ ਹੁੰਦਾ ਵੀ ਮੈਂ ਆਪਣੇ ਬਾਰੇ ਕੁਝ ਐਕਸਪਲੇਨ ਕਰ ਰਿਹਾ। ਸੋ ਮਿਦਾਂਸ਼ੂ ਜੀ, ਤੁਸੀਂ ਇਹ ਦੱਸੋ ਕਿ ਜਦੋਂ ਤੁਸੀਂ 5 ਸਾਲ ਦੇ ਸੀ, ਜਦੋਂ ਤੁਸੀਂ ਖੁਦ ਵੀ ਦੱਸ ਰਹੇ ਸੀਗੇ ਕਿ ਉਸ ਟਾਈਮ ਸਭ ਤੋਂ ਪਹਿਲਾਂ ਕੀ ਕੰਮ ਕੀਤਾ ਸੀ, ਕੀ ਸਿੱਖਿਆ ਸੀ ਤੁਸੀਂ? ਉਦੋਂ ਜਿੱਦਾਂ 5 ਸਾਲ ਦੀ ਏਜ ਵਿੱਚ ਮੇਰੇ ਪਾਪਾ ਦੀ ਇੱਕ ਆਪਣੀ ਕੰਪਨੀ ਹੈ ਸਕਾ ਮਾਈਕਰੋ ਸੋਲਿਊਸ਼ਨਸ ਪ੍ਰਾਈਵੇਟ ਲਿਮਿਟਿਡ। ਉਹਦੇ ਵਿੱਚ ਉਹ ਬੱਚਿਆਂ ਨੂੰ ਟ੍ਰੇਨਿੰਗ ਦਿੰਦੇ ਸੀ IT ਦੀ। ਤੇ ਉਹ ਜਦੋਂ ਕਲਾਸਿਸ ਦਿੰਦੇ ਸੀ, ਜਿੱਦਾਂ ਆਫਟਰਨੂਨ ਦੇ ਵਿੱਚ ਕਲਾਸਿਸ ਹੁੰਦੀਆਂ ਸੀਗੀਆਂ ਜਿੱਦਾਂ 2 o'clock ਵਗੈਰਾ, ਤਾਂ ਉਦੋਂ ਮੈਂ ਨਾਲ ਬਹਿ ਜਾਂਦਾ ਸੀਗਾ ਵੀ ਮਤਲਬ ਕੀ ਕਰਦੇ ਪਿਆ, ਥੋੜ੍ਹਾ ਬਹੁਤ ਦੇਖ ਲੈਂਦਾ ਸੀਗਾ। ਤੇ ਫਿਰ ਮੈਨੂੰ ਵੀ ਥੋੜ੍ਹਾ ਇੰਟਰਸਟ ਆਉਣ ਲੱਗਿਆ ਵੀ ਮਤਲਬ ਉਹ ਜਿੱਦਾਂ ਕਲਰਸ ਵਗੈਰਾ ਚੇਂਜ ਕਰ ਰਹੇ ਆ। ਤਾਂ ਫਿਰ ਮੇਰੇ ਪੇਰੈਂਟਸ ਨੇ ਵੀ ਮੈਨੂੰ ਐਕਸਪਲੋਰ ਕੀਤਾ ਵੀ ਆਪਾਂ ਵੀ ਇਹਨੂੰ ਕੋਡਿੰਗ ਸਿਖਾਈਏ। ਫਿਰ ਉਹਨਾਂ ਨੇ ਵੀ ਮੈਨੂੰ ਸਿਖਾਉਣੀ ਸ਼ੁਰੂ ਕੀਤੀ ਤੇ ਫਿਰ ਉਹ ਤੋਂ ਬਾਅਦ ਮੈਂ 9 ਸਾਲ ਦੀ ਏਜ ਵਿੱਚ
ਇੰਡੀਆ ਬੁੱਕ ਆਫ ਰਿਕਾਰਡਸ ਤੇ ਵਰਲਡ ਰਿਕਾਰਡਸ ਇੰਡੀਆ ਦੇ ਵਿੱਚ ਆਪਣਾ ਨਾਮ ਦਰਜ ਕਰਵਾਇਆ ਵੈਬਸਾਈਟ ਬਣਾਉਣ ਲਈ ਇੰਟਰਨੈਸ਼ਨਲ ਯੋਗਾ ਡੇ 21 ਜੂਨ ਤੋਂ। ਓਕੇ, ਸੋ ਮੋਸਟਲੀ ਅਸੀਂ ਦੇਖਦੇ ਹਾਂ ਕਿ ਜ਼ਿਆਦਾਤਰ ਮਾਂ-ਬਾਪ ਜਦੋਂ ਆਫਿਸ 'ਚ ਕੰਮ ਕਰਦੇ ਨੇ ਤੇ ਬੱਚੇ ਆਫਿਸ 'ਚ ਆਉਂਦੇ ਨੇ ਉਹ ਜ਼ਿਆਦਾਤਰ ਸ਼ਰਾਰਤਾਂ ਹੀ ਕਰਦੇ ਨੇ, ਮਾਂ-ਬਾਪ ਦਾ ਧਿਆਨ ਵੰਡਦੇ ਨੇ ਤੇ ਮਾਂ-ਬਾਪ ਕਈ ਵਾਰ ਬੱਚਿਆਂ ਨੂੰ ਕਹਿੰਦੇ ਨੇ ਵੀ ਤੁਸੀਂ ਦੂਰ ਹੋ, ਡੋਂਟ ਡਿਸਟਰਬ ਅਸ। ਪਰ ਇੱਧਰ ਦੇਖਿਆ ਜਾਵੇ ਤਾਂ ਕਿਤੇ ਨਾ ਕਿਤੇ ਬੱਚਾ ਆਪਣੇ ਮਾਂ-ਬਾਪ ਦੇ ਕੰਮ ਦੇ ਵਿੱਚ ਇੰਟਰਸਟ ਦਿਖਾ ਰਿਹਾ ਸੀ ਤੇ ਉੱਥੇ ਸੀ ਇੰਟਰਸਟ ਨੇ ਸੋ ਉਹਨੂੰ ਇਸ ਲੈਵਲ ਤੱਕ ਲੈ ਆਂਦਾ ਕਿ ਇੰਡੀਆ ਬੁੱਕ ਆਫ ਰਿਕਾਰਡ ਦੇ ਵਿੱਚ ਨਾਮ ਦਰਜ ਹੈ 9 ਸਾਲ ਦੀ ਏਜ ਦੇ ਵਿੱਚ। ਸੋ HTML ਦੇ ਵਿੱਚ ਸਭ ਤੋਂ ਪਹਿਲਾਂ ਕੰਮ ਉਹਨੇ 5 ਸਾਲ ਦੀ ਏਜ ਦੇ ਵਿੱਚ ਕਰਨਾ ਸਟਾਰਟ ਕੀਤਾ ਤੇ ਅੱਜ ਇੱਕ ਵੱਡੀ ਮੱਲ ਮਾਰ ਚੁੱਕਿਆ। ਸੋ ਮਿਤਾਂਸ਼ੂ ਜੀ, ਤੁਹਾਡੇ ਸਕੂਲ ਵਾਲੇ ਕਿੰਨਾ ਪ੍ਰਾਊਡ ਫੀਲ ਕਰਦੇ ਨੇ ਤੁਹਾਡੇ ਤੇ? ਉਹਨਾਂ ਨੂੰ ਵੀ ਬਹੁਤ ਵਧੀਆ ਲੱਗਦਾ ਕਿ ਸਾਡੇ ਸਕੂਲ ਦਾ ਇੱਕ ਬੱਚਾ ਇੰਨਾ ਕੁਝ ਕੰਮ ਕਰ ਪਾ ਰਿਹਾ ਹੈ ਵੀ ਡਿਫਰੈਂਟ ਲੈਂਗੁਏਜਸ ਵੀ ਮਤਲਬ ਅਕਸਰ ਲੋਕੀ ਨਹੀਂ ਕਰਦੇ। ਤੁਹਾਡੇ ਸਕੂਲ ਦੇ ਕਿਸੇ ਟੀਚਰ ਨੇ ਜਾਂ ਪ੍ਰਿੰਸੀਪਲ ਨੇ ਤੁਹਾਨੂੰ ਮੋਟੀਵੇਟ ਕਰਨ ਦੀ ਕੋਸ਼ਿਸ਼ ਕੀਤੀ ਹੋਵੇ ਕਦੀ, ਜਾਂ ਤੁਹਾਨੂੰ ਐਜ਼ ਇਟ ਇਜ਼ ਅਚੀਵਮੈਂਟ ਦੇ ਤੌਰ ਤੇ ਤੁਹਾਨੂੰ ਸਟੇਜ ਤੇ ਬੁਲਾ ਕੇ ਠੀਕ ਹੈ ਤੁਹਾਨੂੰ ਸ਼ਾਬਾਸ਼ ਦਿੱਤੀ ਗਈ ਹੋਵੇ, ਬੱਚਿਆਂ ਸਾਹਮਣੇ ਇੰਟਰੈਕਟ ਕਰਾਇਆ ਗਿਆ ਹੋਵੇ? ਹਾਂਜੀ, ਮੇਰੇ ਟੀਚਰਸ ਮੈਨੂੰ ਕਾਫੀ ਸਪੋਰਟ ਕਰਦੇ ਆ, ਉਹ ਮੈਨੂੰ ਮੋਟੀਵੇਟ ਕਰਦੇ ਆ ਵੀ ਤੂੰ ਹੋਰ ਵੀ ਕਰ, ਅੱਗੇ ਵੱਧ, ਤੇ ਮੇਰੇ ਪ੍ਰਿੰਸੀਪਲ ਵੀ ਮੈਨੂੰ ਸਪੋਰਟ ਕਰਦੇ ਆ। ਸੋ ਹੁਣ ਜਿਹੜੀ ਤੁਸੀਂ 11 ਸਾਲ ਦੀ ਏਜ ਵਿੱਚ ਜਿਹੜੀ ਵੈਬਸਾਈਟ ਬਣਾਈ ਸੀ ਉਸ ਵੈਬਸਾਈਟ ਦਾ ਕੀ ਨਾਮ ਸੀ ਤੇ ਉਹਦੇ ਵਿੱਚ ਕੀ ਕੰਮ ਹੁੰਦਾ ਹੈ? ਮੈਂ ਜਿੱਦਾਂ COVID-19 ਦੇ ਟਾਈਮ ਵਿੱਚ ਅਲੱਗ-ਅਲੱਗ ਵੈਬਸਾਈਟਸ ਬਣਾਈ ਸੀਗੀਆਂ, ਜਿੱਦਾਂ coronafreeworld.com। ਉਹਦੇ ਵਿੱਚ ਆਪਾਂ ਕਰੋਨਾ ਦੀ ਸਾਰੀ ਜਾਣਕਾਰੀ ਦਿੰਦੇ ਸੀ ਵੀ ਉਹਦੀ ਕੀ ਆਪਾਂ ਪ੍ਰੀਕਾਸ਼ਨਸ ਰੱਖ ਸਕਦੇ ਹਾਂ, ਉਹਨੂੰ ਆਪਾਂ ਕਿੱਦਾਂ ਫਾਈਟ ਕਰ ਸਕਦੇ ਹਾਂ। ਤੇ ਉਹ ਤੋਂ ਬਾਅਦ ਮੈਂ ਇੱਕ ਜਿਹੜਾ ਸਾਡੇ ਪੰਜਾਬ ਦੇ ਵਿੱਚ ਮਿਸ਼ਨ ਫਤਿਹ ਸ਼ੁਰੂ ਹੋਇਆ ਸੀ ਤੇ ਉਹਦੇ ਉੱਤੇ ਵੀ ਮੈਂ ਇੱਕ ਵੈਬਸਾਈਟ ਬਣਾਈ ਸੀ। ਮੈਂ CMO ਦੇ ਨਾਲ ਕੰਮ ਵੀ ਕੀਤਾ ਸੀਗਾ ਤੇ ਉਹਦੇ ਵਿੱਚ ਫਿਰ ਮੈਂ ਸਾਰਾ ਕੁਝ ਦੱਸਿਆ ਸੀਗਾ ਮਿਸ਼ਨ ਫਤਿਹ ਦੇ ਬਾਰੇ ਵੀ ਉਹਦੇ ਵਿੱਚ ਕੀ ਚੱਲਦਾ ਪਿਆ, ਕੌਣ ਉਹਦੇ ਵਿੱਚ ਪਾਰਟਿਸਪੈਂਟਸ ਹੈਗੇ ਆ, ਤੇ ਮਤਲਬ ਮੈਂ ਸਾਰੀ ਇਨਫੋਰਮੇਸ਼ਨ ਦੇਣ ਦੀ ਕੋਸ਼ਿਸ਼ ਕੀਤੀ ਕੋਵਿਡ। ਸੋ ਇੰਨੀ ਛੋਟੀ ਜਿਹੀ ਉਮਰ ਦੇ ਵਿੱਚ ਕਿੱਦਾਂ ਤੁਸੀਂ ਗ੍ਰੈਬ ਕੀਤਾ? ਕਿਆ ਤੁਹਾਨੂੰ ਪਾਪਾ ਨੇ ਵੀ ਇਹਦੇ ਵਿੱਚ ਹੈਲਪ ਕੀਤੀ, ਮੰਮਾ ਨੇ ਹੈਲਪ ਕੀਤੀ ਇਹਦੇ ਵਿੱਚ? ਹਾਂਜੀ, ਮੇਰੇ ਪੇਰੈਂਟਸ ਦੀ ਫੁੱਲ ਸਪੋਰਟ ਰਹੀ ਹੈ। ਜਿੱਦਾਂ ਮੈਨੂੰ ਹੁਣ ਐਜੂਕੇਸ਼ਨ ਦਾ ਵੀ ਕੰਮ ਹੁੰਦਾ ਸੀ ਤੇ ਮੈਂ ਸਕੂਲ ਤੋਂ ਜਦੋਂ ਮੈਨੂੰ ਛੁੱਟੀ ਹੁੰਦੀ ਸੀਗੀ ਤੇ ਸਕੂਲ ਤੇ ਆਫਿਸ ਨੇੜੇ ਹੀ ਹੈਗੇ ਆ, ਤੇ ਜਦੋਂ ਮੈਂ ਆਫਿਸ ਆਉਂਦਾ ਸੀਗਾ ਤੇ ਉਹ ਤੋਂ ਬਾਅਦ ਮੈਂ ਥੋੜਾ ਬਹੁਤ ਆਪਣਾ ਸਕੂਲ ਵਰਕ ਜਿੰਦਾ ਉਹ ਦਿੰਦੇ ਆ, ਉਹ ਤੋਂ ਬਾਅਦ ਫਿਰ ਆਈ ਹੈਵ ਲੋਟਸ ਆਫ ਟਾਈਮ ਕਿ ਮੇਰੇ ਕੋਲ ਕਾਫੀ ਟਾਈਮ ਹੈਗਾ ਤੇ ਫਿਰ ਮੈਂ ਉਹਨੂੰ ਥੋੜਾ ਬਹੁਤ ਦੇਖਦਾ ਰਹਿੰਦਾ ਸੀਗਾ ਲੋਕਾਂ ਨੂੰ ਜਿਹੜੇ ਵੀ ਇੱਧਰ ਸਟੂਡੈਂਟਸ ਆਉਂਦੇ ਸੀਗੇ, ਤੇ ਫਿਰ ਮੈਂ ਉਹ ਤੋਂ ਥੋੜਾ ਇੰਟਰਸਟ ਲੈਣਾ ਸ਼ੁਰੂ ਕੀਤਾ। ਤੇ ਫਿਰ ਮੇਰੇ ਪੇਰੈਂਟਸ ਨੇ ਵੀ ਮੈਨੂੰ ਐਕਸਪਲੋਰ ਕੀਤਾ ਕਿ ਇਹ ਅੱਗੇ ਕੁਝ ਕਰ ਸਕਦਾ ਤੇ ਫਿਰ ਉਹਨਾਂ ਨੇ ਵੀ ਮੈਨੂੰ ਇਹ ਸਭ ਕੁਝ ਟੀਚ ਕੀਤਾ। ਬਿਲਕੁਲ। ਸੰਦੀਪ ਜੀ, ਪੁੱਛਣਾ ਚਾਹਾਂਗੇ ਜਿੱਦਾਂ ਮੋਸਟਲੀ ਆਮ ਘਰਾਂ ਦੇ ਵਿੱਚ ਦੇਖਿਆ ਜਾਂਦਾ ਹੈ ਕਿ ਬੱਚੇ ਜਿਹੜੇ ਨੇ ਜ਼ਿਆਦਾਤਰ ਮੋਬਾਈਲ ਦੇ ਵਿੱਚ ਕਾਰਟੂਨਸ ਜੇ ਉਹ ਦੇਖਦੇ ਰਹਿੰਦੇ ਨੇ, ਉਹਦੇ ਵਿੱਚ ਹੀ ਇੰਟਰਸਟ ਕ੍ਰੀਏਟ ਕਰਦੇ ਨੇ। ਮਾਂ-ਬਾਪ ਜਿੱਦਾਂ ਹੀ ਹਟਾਉਂਦੇ ਨੇ ਬੱਚੇ ਰੋਣ ਵੀ ਲੱਗ ਪੈਂਦੇ ਨੇ, ਜਿੱਦ ਵੀ ਕਰਦੇ ਨੇ। ਸੋ ਕਦੀ ਇਹਨੇ ਜਿੱਦ ਨਹੀਂ ਕੀਤੀ ਇਸ ਚੀਜ਼ ਦੇ ਲਈ ਇਸ ਤਰ੍ਹਾਂ ਦੀ? ਨਹੀਂ, ਡੈਫੀਨੇਟਲੀ ਇਹ ਤਾਂ ਇੱਕ ਬੱਚਾ ਹੀ ਹੈ, ਇਹ ਵੀ ਕਾਰਟੂਨਸ ਦੇਖਦਾ ਸੀਗਾ, ਇਹ ਵੀ ਮੋਬਾਈਲ ਦੇ ਉੱਪਰ ਗੇਮਾਂ ਖੇਡਦਾ ਸੀਗਾ ਜਿੱਦਾਂ ਬਾਕੀ ਬੱਚੇ ਕਰਦੇ ਆ। ਆਪਾਂ ਇਹ ਨਹੀਂ ਕਹਿੰਦੇ ਕਿ ਇਹਨੇ ਨਹੀਂ ਕੀਤਾ, ਬਟ ਆਪਾਂ ਕੀ ਕੀਤਾ ਕਿ ਇਹਦੇ ਇੰਟਰਸਟ ਨੂੰ ਡਾਇਵਰਟ ਕਰਨ ਦੀ ਕੋਸ਼ਿਸ਼ ਕੀਤੀ, ਉਹਨੂੰ ਕਨੈਕਟ ਕਰਨ ਦੀ ਕੋਸ਼ਿਸ਼ ਕੀਤੀ ਇੱਕ ਪੋਜ਼ਿਟਿਵ ਵੇ ਦੇ ਨਾਲ। ਜਿੱਦਾਂ ਕਿ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇਣਾ ਹੈ ਕਿ ਸਪੋਜ਼ ਜਿੱਦਾਂ HTML 'ਚ ਇਹਨੇ ਪ੍ਰੋਗਰਾਮਿੰਗ ਕਰਨਾ ਸ਼ੁਰੂ ਕੀਤੀ 5 ਸਾਲ ਦੀ ਉਮਰ 'ਚ, ਉਦੋਂ ਇਹਨੂੰ ਕਾਰਟੂਨਸ ਬਹੁਤ ਪਸੰਦ ਸੀਗੇ ਤੇ ਮੈਂ ਇਹਨੂੰ ਫਿਰ ਇੱਕ ਟਾਸਕ ਦਿੱਤਾ ਹੈ ਕਿ ਜਿੱਦਾਂ ਕਿ ਕੋਈ ਵੀ ਤੇਰਾ ਫਰੈਂਡ ਆਉਂਦਾ ਹੈ, ਠੀਕ ਹੈ ਨਾ, ਜਾਂ ਸਾਡਾ ਕੋਈ ਫਰੈਂਡ ਆਉਂਦਾ ਹੈ, ਤੁਸੀਂ ਉਹਨਾਂ ਨੂੰ ਦੱਸੋਗੇ ਕਿ ਤੁਸੀਂ ਫੇਵਰੇਟ ਕਾਰਟੂਨਸ ਕਿਹੜੇ ਹੈਗੇ ਆ। ਬਿਲਕੁਲ। ਤੇ ਇਹਨੇ ਇੱਕ ਅਗਰ ਮੈਂ ਕਹਾਂਗੀ ਇਹਦਾ ਕਿ ਜਿਹੜਾ ਬੇਸਿਕ ਫਸਟ ਪ੍ਰੋਜੈਕਟ ਅਗਰ ਲਾਈਫ ਦਾ ਬਣਾਇਆ ਤੇ ਫੇਵਰੇਟ ਕਾਰਟੂਨਸ ਦੀ ਇਹਨਾਂ ਨੇ ਕਾਈਂਡ ਆਫ ਵੈਬਸਾਈਟ ਬਣਾਈ ਸੀਗੀ। ਉਹ ਇਹਨੂੰ ਇੰਟਰਸਟਿੰਗ ਲੱਗਦਾ ਸੀਗਾ ਤੇ ਬੇਸਿਕਲੀ ਇਹਦੇ ਇੰਟਰਸਟ ਨੂੰ ਇੱਕ ਪੋਜ਼ਿਟਿਵ ਵੇ ਦੇ ਨਾਲ ਕਨੈਕਟੀਵਿਟੀ ਕਰਨ ਦੀ, ਮਤਲਬ ਤੁਸੀਂ ਉਸ ਖੇਡ ਨੂੰ ਉਸ ਪ੍ਰੋਫੈਸ਼ਨ ਨਾਲ ਜੋੜ ਦਿੱਤਾ। ਬਿਲਕੁਲ। ਅਸੀਂ ਇਹ ਗੱਲ ਕਹੀਏ ਕਿ ਬਿਲਕੁਲ ਸੰਦੀਪ ਜੀ ਨੇ ਸਹੀ ਨਬਜ਼ ਜਿਹੜੀ ਆਪਣੇ ਬੱਚੇ ਦੀ ਫੜੀ ਵੀ ਅਗਰ ਬੱਚੇ ਨੂੰ ਇੰਟਰਸਟ ਕਾਰਟੂਨ ਦੇਖਣ ਦੇ ਵਿੱਚ ਤਾਂ ਵਾਏ ਉਹ ਨਾਟ ਕਿ ਉਹਦਾ ਇੰਟਰਸਟ ਉਧਰਲੇ ਪਾਸੇ ਨੂੰ ਲੈ ਜਾਇਆ ਜਾਵੇ ਕਿ ਉਹਦੇ ਕੋਲ ਪਹਿਲੀ ਵੈਬਸਾਈਟ ਜਾਂ ਇਸ ਤਰ੍ਹਾਂ ਦੀ ਜਿਹੜੀ ਕ੍ਰੀਏਟੀਵਿਟੀ ਕਰਾਈ ਜਾਵੇ ਤਾਂ ਕਿ ਬੱਚੇ ਦਾ ਇੰਟਰਸਟ ਉਸ ਪਾਸੇ ਨੂੰ ਵਧੇ ਕਿ ਮੈਂ ਹੋਰ ਵੀ ਅੱਗੇ ਡਿਵੈਲਪਮੈਂਟ ਕਰ ਸਕਾਂ। ਸੋ ਮਿਤਾਂਸ਼ੂ ਜੀ, ਹੁਣ ਤੁਹਾਡੀ ਅਗਲੀ ਕੀ ਜਿਹੜੀ ਉਹ ਟਾਰਗੇਟ ਹੈਗਾ ਜਿਹਨੂੰ ਲੈ ਕੇ ਚੱਲੇ ਹੋਏ ਹੋ ਤੇ ਜ਼ਿੰਦਗੀ ਦੇ ਵਿੱਚ ਹੋਰ ਕੀ ਕਰਨਾ ਚਾਹੁੰਦੇ ਹੋ? ਕਿਉਂਕਿ ਤੁਸੀਂ ਤੁਹਾਡੇ ਫਾਦਰ ਸਾਹਿਬ ਨੇ ਦੱਸਿਆ ਕਿ ਹੁਣ ਤੁਸੀਂ ਇੱਕ ਕੰਪਨੀ ਦੇ ਓਨਰ ਹੋ। ਸੋ ਕੰਪਨੀ ਦਾ ਨਾਮ ਹੈਗਾ ਐਂਟਰਪ੍ਰੋ ਕੋਡਰ, ਠੀਕ ਹੈ। ਸੋ ਤੁਹਾਡੀ ਇੱਕ ਆਪਣੀ ਕੰਪਨੀ ਹੈ, ਕਿੱਦਾਂ ਫੀਲ ਹੁੰਦਾ ਹੈ ਕਿ ਇੱਕ ਛੋਟੀ ਜਿਹੀ ਉਮਰ ਵਿੱਚ ਇੱਕ ਆਪਣੀ ਕੰਪਨੀ ਦੇ ਮਾਲਕ ਬਣ ਗਏ ਹੋ? ਮੈਨੂੰ ਬਹੁਤ ਵਧੀਆ ਫੀਲ ਹੁੰਦਾ ਹੈ ਕਿ ਮੈਂ ਆਪਣੀ ਕੰਪਨੀ ਦਾ ਇੱਕ ਮਤਲਬ ਆਈ ਐਮ ਦ CEO ਆਫ ਮਾਈ ਕੰਪਨੀ ਐਂਟਰਪ੍ਰੋ ਕੋਡਰ ਪ੍ਰਾਈਵੇਟ ਲਿਮਟਿਡ। ਉਹਦੇ ਵਿੱਚ ਮੈਂ ਬੱਚਿਆਂ ਨੂੰ ਕੋਡਿੰਗ ਸਿਖਾਉਣਾ ਹਾਂ ਤੇ ਮੇਰੀ ਜਿਹੜੀ ਮੰਥਲੀ ਐਵਰੇਜ ਜਿਹੜਾ ਮੈਂ ਮਤਲਬ ਇਨਕਮ ਕਮਾਉਣਾ ਹੈ ਤੇ ਉਹ ਹੈਗੀ ਹੈ ਘੱਟੋ ਘੱਟ 30 to 40,000
ਉਹਦੇ ਵਿੱਚ ਜਿਹੜਾ ਮੈਂ ਆਉਂਦਾ। ਸੋ ਕਿੰਨੇ ਬੱਚਿਆਂ ਨੂੰ ਤੁਸੀਂ ਮਤਲਬ ਸਿਖਾ ਰਹੇ ਹੋ ਹੁਣ ਤੱਕ, ਜਿਹੜੇ ਸਟੂਡੈਂਟ ਨੇ ਕਿੰਨੇ ਨੇ? ਜਿੱਦਾਂ ਇੱਕ ਜਿਹੜੇ ਸਾਡੇ ਮੇਨ ਹੈਗੇ ਆ ਉਹ ਹੈਗੇ ਟੋਰਾਂਟੋ ਦੇ ਵਿੱਚ ਰਹਿੰਦੇ ਆ ਤੇ ਉਹ 에ਅਰ ਕੈਨੇਡਾ ਵਿੱਚ IT ਚੀਫ ਨੇਗੇ ਤੇ ਉਹਨਾਂ ਨੂੰ ਵੀ ਮੈਂ ਕੋਡਿੰਗ ਸਿਖਾਉਣਾ। ਉਹਨਾਂ ਨੂੰ ਮੈਂ ਹਜੇ ਪਾਈਥਨ ਸਿਖਾ ਰਿਹਾ ਤੇ ਉਹਨਾਂ ਨੂੰ ਵੀ ਬਹੁਤ ਵਧੀਆ ਲੱਗਦਾ। ਸੋ ਤੁਹਾਨੂੰ ਕਿੱਦਾਂ ਲੱਗਦਾ ਕਿ ਤੁਹਾਡੀ ਉਮਰ ਤੋਂ ਜਦੋਂ ਵੱਡੇ ਤੁਹਾਡੇ ਸਟੂਡੈਂਟ ਨੇ, ਹਾਊ ਯੂ ਫੀਲ ਐਟ ਦੈਟ ਮੂਮੈਂਟ ਕਿ ਇੱਕ ਦੇਖੋ 에ਅਰ ਕੈਨੇਡਾ ਦੇ ਵਿੱਚ IT ਚੀਫ ਨੇ ਤੇ ਤੁਸੀਂ 11 ਸਾਲ ਦੇ ਤੇ ਉਹ ਮਤਲਬ ਕਿੱਡੀ ਵੱਡੀ ਉਮਰ ਦੇ ਵਿੱਚ ਨੇ ਤੁਹਾਡੇ ਸਟੂਡੈਂਟ ਨੇ, ਉਸ ਤਰੀਕੇ ਨਾਲ ਤੁਹਾਨੂੰ ਉਸ ਸਮੇਂ ਕਿਸ ਤਰ੍ਹਾਂ ਦਾ ਮਹਿਸੂਸ ਹੁੰਦਾ ਹੈ? ਮੈਨੂੰ ਬਹੁਤ ਹੀ ਵਧੀਆ ਲੱਗਦਾ ਵੀ ਮਤਲਬ ਮੈਂ ਕੁਝ ਕਰ ਪਾ ਰਿਹਾ। I can do something for society। ਸੋ ਜ਼ਿਆਦਾਤਰ ਹੁੰਦਾ ਹੈ ਕਿ ਤੁਸੀਂ ਦੇਖਿਆ ਹੈ ਕਿ ਜ਼ਿਆਦਾਤਰ ਟੀਚਰ ਹਮੇਸ਼ਾ ਵੱਡਾ ਹੁੰਦਾ ਤੇ ਸਟੂਡੈਂਟ ਛੋਟਾ ਹੁੰਦਾ, ਪਰ ਇੱਥੇ ਅਸੀਂ ਦੇਖੀਏ ਕਿ ਇੱਕ ਵੱਖਰੀ ਜਿਹੀ ਚੀਜ਼ ਜਿਹੜੀ ਹੈ ਕਿ ਬੱਚਾ ਜਿਹੜਾ ਵਾ ਉਹ ਇੱਕ ਛੋਟੀ ਉਮਰ 'ਚ 11 ਸਾਲ ਦੀ ਉਮਰ ਦੇ ਵਿੱਚ ਇੱਕ ਟੀਚਰ ਹੈ ਤੇ ਸਟੂਡੈਂਟ ਜਿਹੜਾ ਆਈ ਥਿੰਕ ਸ਼ਾਇਦ 40 ਈਅਰ ਏਜ ਦੇ ਕਰੀਬ ਹੋਣਗੇ ਐਂਡ ਉਹ ਵੀ ਇੱਕ 에ਅਰ ਕੈਨੇਡਾ ਦੇ ਵਿੱਚ ਜੌਬ ਕਰ ਰਹੇ ਨੇ। ਸੋ ਵੱਡੀ ਗੱਲ ਹੈ, ਕਿਉਂਕਿ ਅਸੀਂ ਇੱਥੇ ਗੱਲ ਕਰੀਏ ਕਿਤੇ ਨਾ ਕਿਤੇ ਅਸੀਂ ਜੇ ਗੱਲ ਕਰੀਏ ਸਾਡੇ 8ਵੇਂ ਪਾਤਸ਼ਾਹ ਗੁਰੂ ਹਰਕ੍ਰਿਸ਼ਨ ਜੀ ਜਿਹੜੇ ਸੀਗੇ ਉਹ ਆਪਣੇ ਦਾਦਾ ਜੀ ਨੂੰ ਗੱਦੀ ਬਖਸ਼ ਕੇ ਗਏ ਸੀ। ਸੋ ਵੱਡੀ ਗੱਲ ਸੀ ਕਿ ਇੱਕ ਪੋਤਾ ਦਾਦਾ ਜੀ ਨੂੰ ਗੱਦੀ ਬਖਸ਼ ਰਿਹਾ ਤੇ ਅਸੀਂ ਇਹ ਗੱਲ ਕਰੀਏ ਕਿਤੇ ਨਾ ਕਿਤੇ ਉਹ ਚੀਜ਼ਾਂ ਗੁਰੂਆਂ ਦਾ ਆਸ਼ੀਰਵਾਦ ਬੱਚਿਆਂ ਦੇ ਉੱਤੇ ਵੀ ਰਹਿੰਦਾ। ਸੋ ਸਿੱਖਣ ਵਾਲਾ ਤੇ ਸਿਖਾਉਣ ਵਾਲਾ ਕਦੀ ਵੱਡੇ ਛੋਟੇ ਨਹੀਂ ਹੁੰਦੇ। ਸੋ ਮੇਰੇ ਖਿਆਲ ਨਾਲ ਗੁਰੂ ਐਂਡ ਸ਼ਿਸ਼ੇ ਦੇ ਜਿਹੜੀ ਇਹ ਚੇਲਾ ਜਿਹੜੀ ਚੀਜ਼ ਆ ਸ਼ੁਰੂ ਤੋਂ ਚੱਲਦੀ ਆਈ। ਸੋ ਸੰਦੀਪ ਜੀ ਤੁਸੀਂ ਮਤਲਬ ਹੁਣ ਅੱਗੇ ਇਹਦੇ ਲਈ ਕੀ ਸੋਚਿਆ ਕਿ ਹੁਣ ਅੱਗੇ ਜਾ ਕੇ ਇੱਥੇ ਇੰਡੀਆ ਦੇ ਵਿੱਚ ਹੀ ਡਿਵੈਲਪਮੈਂਟ, ਕਿਉਂਕਿ ਮੋਸਟਲੀ IT ਨਾਲ ਜੁੜੇ ਹੋਏ ਲੋਕ ਜ਼ਿਆਦਾਤਰ ਫੋਰਨ ਦੇ ਵਿੱਚ ਚਲੇ ਜਾਂਦੇ ਨੇ, ਮੋਸਟਲੀ ਅਮਰੀਕਾ ਉਹਨਾਂ ਦਾ ਟਾਰਗੇਟ ਹੈ ਕਿਉਂਕਿ IT ਨਾਲ ਜੁੜੇ ਹੋਏ ਜਿੰਨੇ ਵੀ ਇੰਜੀਨੀਅਰ ਨੇ IT ਕੰਪਨੀ ਦੇ ਵਿੱਚ ਕੰਮ ਕਰਨ ਵਾਲੇ। ਸੋ ਇੱਥੇ ਦੇਸ਼ 'ਚ ਰਹਿ ਕੇ ਹੀ ਆਪਣੀਆਂ ਅਚੀਵਮੈਂਟਸ ਕਰੇਗਾ ਜਾਂ ਫੋਰਨ ਦੇ ਵਿੱਚ ਜਾ ਕੇ ਸੈਟਲ ਹੋਏਗਾ? ਨਹੀਂ, ਇੱਦਾਂ ਆਪਾਂ ਫਿਲਹਾਲ ਅਜੇ ਕੁਝ ਨਹੀਂ ਸੋਚਿਆ ਕਿ ਜਿੱਦਾਂ ਯੂਜੂਅਲੀ ਤੁਹਾਡਾ ਕਹਿਣਾ ਬਿਲਕੁਲ ਸਹੀ ਹੈ ਕਿ ਅਗਰ ਮੈਂ ਆਪਣੀ ਵੀ ਗੱਲ ਕਰਾਂ ਤੇ ਮੇਰੇ ਕੋਲ ਵੀ ਓਪਰਚੁਨਿਟੀ ਸੀਗੀਆਂ ਬਾਹਰ ਜਾਣ ਵਾਸਤੇ, ਮੈਂ ਬਾਹਰ ਜਾ ਸਕਦਾ ਸੀਗਾ, ਬਟ ਇੱਦਾਂ ਦਾ ਕੋਈ ਕਨਸੈਪਟ ਨਹੀਂ ਹੈਗਾ। ਅਗਰ ਆਪਣੇ ਕੋਲ ਨੌਲੇਜ ਹੈਗੀ ਹੈ ਤਾਂ ਆਪਾਂ ਆਪਣੇ ਦੇਸ਼ ਵਾਸਤੇ ਬਹੁਤ ਕੁਝ ਕਰ ਸਕਦੇ ਹਾਂ, ਆਪਣੇ ਸੋਸਾਇਟੀ ਵਾਸਤੇ ਬਹੁਤ ਕੁਝ ਕਰ ਸਕਦੇ ਹਾਂ। ਬਿਲਕੁਲ। ਤੇ ਬੇਸਿਕਲੀ ਅਗਰ ਆਪਾਂ ਏਮ ਇਹ ਲੈ ਕੇ ਚੱਲੀਏ ਕਿ ਸਪੋਜ਼ ਵੀ ਹੈਵ ਸਮ ਕਾਈਂਡ ਆਫ ਆਈਡੀਆ, ਅਗਰ ਆਪਾਂ ਉਹਨੂੰ ਡਿਵੈਲਪ ਕਰੀਏ, ਉਹਨੂੰ ਕਲਟੀਵੇਟ ਕਰੀਏ, ਔਰ ਐਂਟਰਪ੍ਰੀਨਿਓਰਸ਼ਿਪ ਜਿਹੜੀ ਹੈਗੀ ਹੈ ਉਹ ਇੱਕ ਇਸ ਤਰ੍ਹਾਂ ਦਾ ਪਲੇਟਫਾਰਮ ਤੁਹਾਨੂੰ ਦਿੰਦੀ ਹੈ ਕਿ ਤੁਸੀਂ ਇੰਡੀਪੈਂਡੈਂਟ ਹੋ ਕੇ ਸੋਚਦੇ ਹੋ, ਫ੍ਰੀ ਹੋ ਕੇ ਸੋਚਦੇ ਹੋ। ਤੇ ਜਦੋਂ ਤੁਸੀਂ ਫ੍ਰੀ ਹੋ ਕੇ ਕੋਈ ਕੰਮ ਕਰ ਰਹੇ ਹੋ, ਸੋਸਾਇਟੀ ਵਾਸਤੇ ਕੁਝ ਕਰ ਪਾ ਰਹੇ ਹੋ, ਤੇ ਮਨੀ ਜਿਹੜਾ ਹੈਗਾ ਉਹ ਇੱਕ ਬਾਈ ਪ੍ਰੋਡਕਟ ਬਣ ਜਾਂਦਾ ਹੈ। ਬਿਲਕੁਲ, ਪੈਸੇ ਵਾਸਤੇ ਪਿੱਛੇ ਨਹੀਂ ਭੱਜਣਾ ਪੈਂਦਾ। ਬਿਲਕੁਲ ਬਿਲਕੁਲ। ਤੇ ਆਪਣੇ ਦੇਸ਼ ਦੇ ਅੰਦਰ ਹੀ ਬਹੁਤ ਸਕੋਪ ਹੈਗਾ। ਬਿਲਕੁਲ। ਸੋ ਮੈਂ ਇੱਕ ਨਾਲ ਦੀ ਨਾਲ ਇਹ ਗੱਲ ਕਰਨੀ ਜ਼ਰੂਰ ਕਹੂੰਗਾ, ਦੇਖੋ ਇਹ ਸਮਾਂ COVID-19 ਦਾ ਨਿਕਲਿਆ। COVID-19 ਦੀ ਗੱਲ ਕਰੀਏ ਤਾਂ ਮਾਰਚ ਟੂ ਮਾਰਚ ਆ ਗਿਆ, ਤਕਰੀਬਨ 1 ਸਾਲ ਹੋ ਗਿਆ। ਸੋ 1 ਸਾਲ ਦੇ ਦੌਰਾਨ ਮੋਸਟਲੀ ਬੱਚਿਆਂ ਦੀ ਪੜ੍ਹਾਈ ਅਫੈਕਟ ਹੋਈ, ਬਹੁਤ ਸਾਰਾ ਸਿਸਟਮ ਜਿਹੜਾ ਵਾ ਬਿਲਕੁਲ ਅਫੈਕਟ ਕੀਤਾ ਗਿਆ। ਸੋ ਜਿੱਦਾਂ ਹੁਣ ਤੁਸੀਂ ਦੱਸਿਆ ਕਿ ਬੱਚੇ ਦੇ ਆਨਲਾਈਨ ਐਗਜ਼ਾਮ ਵੀ ਹੋ ਰਹੇ, ਸਭ ਕੁਝ ਹੈ, ਪਰ ਤੁਹਾਨੂੰ ਇਉਂ ਨਹੀਂ ਲੱਗਦਾ ਇੱਕ IT ਡਿਵੈਲਪਰ ਹੋਣ ਦੇ ਨਾਤੇ, ਵੈਬ ਡਿਵੈਲਪਰ ਹੋਣ ਦੇ ਨਾਤੇ, ਕਿ ਇਸ ਤਰ੍ਹਾਂ ਦੀ ਹਾਲੇ ਤੱਕ ਕੋਈ ਵੀ ਗਵਰਨਮੈਂਟ ਸਾਡੀ ਜਾਂ ਕੋਈ ਵੀ ਐਜੂਕੇਸ਼ਨ ਸਿਸਟਮ ਇਸ ਤਰ੍ਹਾਂ ਦੀ ਚੀਜ਼ ਡਿਵੈਲਪ ਨਹੀਂ ਕਰ ਪਾਇਆ ਕਿ ਜਿਹਦੇ ਵਿੱਚ ਵਾਕਿਆ ਹੀ ਇੱਕ ਅਪਰੂਵਡ ਸੌਫਟਵੇਅਰ ਐਸਾ ਹੁੰਦਾ ਜਿਹਦੇ ਵਿੱਚ ਬੱਚੇ ਪੜ੍ਹ ਪਾਉਂਦੇ? ਐਂਡ ਕਿਉਂਕਿ ਮੋਸਟਲੀ ਜਿਹੜੇ ਆਨਲਾਈਨ ਇਸ ਟਾਈਮ ਚੱਲ ਰਿਹਾ ਤੇ ਉਹਦੇ ਵਿੱਚ ਬਹੁਤ ਸਾਰੀਆਂ ਵਲਗਰ ਸਾਈਟਸ ਵੀ ਪੌਪ-ਅਪਸ ਓਪਨ ਹੁੰਦੇ ਨੇ ਜਿਹੜੇ ਕਿ ਬੱਚਿਆਂ ਲਈ ਉਹ ਸਹੀ ਨਹੀਂ ਆ। ਕੀ ਤੁਸੀਂ ਇੱਧਰਲੇ ਪਾਸੇ ਨੂੰ ਵੀ ਕੋਈ ਕਦਮ ਵਧਾ ਰਹੇ ਹੋ ਕਿ ਕੋਈ ਇਸ ਤਰ੍ਹਾਂ ਦੀ ਕੋਈ ਚੀਜ਼ ਡਿਵੈਲਪ ਕੀਤੀ ਜਾਵੇ ਕਿ ਜਿਹੜੀ ਅਪਰੂਵਡ ਹੋਵੇ ਗਵਰਨਮੈਂਟ ਵੱਲੋਂ ਹਰ ਸੈਕਟਰ, ਆਪਾਂ ਕਹਿੰਦੇ ਸੈਗਮੈਂਟ ਸਾਈਡ ਤੋਂ, ਕਿ ਜਿਹਦੇ ਵਿੱਚ ਬੱਚਿਆਂ ਦੀ ਫਿਜ਼ੀਕਲ ਲਾਈਫ ਦੇ ਉੱਤੇ ਵੀ ਕੋਈ ਇਫੈਕਟ ਨਾ ਪਵੇ, ਬਾਇਦਾ ਆਪਾਂ ਕਹਿੰਦੇ ਹੈਲਥ ਮਿਨਿਸਟਰੀ ਵੱਲੋਂ ਵੀ ਅਪਰੂਵ ਹੋਵੇ ਜਾਂ ਕੁਛ ਇਹੋ ਜਿਹੀ ਚੀਜ਼ ਵਾਲੇ ਪਾਸੇ ਵੀ ਕੋਈ ਸੋਚਿਆ ਤੁਸੀਂ? ਨਹੀਂ, ਡੈਫੀਨੇਟਲੀ ਆਪਾਂ ਉਹਦੇ ਵਾਸਤੇ ਆਲਰੇਡੀ ਕੰਮ ਸ਼ੁਰੂ ਵੀ ਕੀਤਾ ਹੋਇਆ ਹੈ। ਪਿਛਲੇ ਤਕਰੀਬਨ 4-5 ਮਹੀਨੇ ਤੋਂ ਆਪਾਂ ਆਲਰੇਡੀ ਕੰਮ ਕਰ ਰਹੇ ਹਾਂ। ਤੇ ਆਪਾਂ ਇੱਕ ਚੀਜ਼ ਨੋਟਿਸ ਕੀਤੀ ਸੀਗੀ ਕਿਉਂਕਿ ਕੋਵਿਡ ਨੇ ਸਾਨੂੰ, ਸਾਡੇ ਸਮਾਜ ਨੂੰ, ਪੂਰੇ ਵਰਲਡ 'ਚ ਬਹੁਤ ਵੱਡੀ ਸਿੱਖਿਆ ਦਿੱਤੀ ਹੈ ਕਿ IT ਦੇ ਉੱਪਰ ਅਗਰ ਆਪਾਂ ਆਪਣੇ ਆਪ ਨੂੰ ਅੱਜ ਸ਼ਿਫਟ ਕਰ ਲਈਏ ਤੇ ਕੱਲ ਨੂੰ ਕਿਸੇ ਤਰ੍ਹਾਂ ਦਾ ਕੋਈ ਇਸ ਤਰ੍ਹਾਂ ਦਾ ਪਰਮਾਤਮਾ ਨਾ ਕਰੇ ਕਿ ਦੁਬਾਰਾ ਇਦਾਂ ਦਾ ਕੁਝ ਦੇਖਣਾ ਪਵੇ ਤੇ ਆਪਾਂ ਘੱਟੋ ਘੱਟ ਡਿਸਕਨੈਕਟ ਨਹੀਂ ਹੋਵਾਂਗੇ। ਬਿਲਕੁਲ। ਤੇ ਉਹਦੇ ਵਾਸਤੇ ਹੁਣ ਸਭ ਤੋਂ ਮੇਨ ਇੰਪੋਰਟੈਂਟ ਜਿਹੜੇ ਕਿ ਬੱਚੇ ਜਿਹੜੇ ਹੈਗੇ ਆ, ਚਲੋ ਇਹਨੇ ਤਾਂ ਬਹੁਤ ਕੁਝ ਕਰ ਲਿਆ ਇਸ ਕਰੋਨਾ ਕਾਲ ਦੇ ਅੰਦਰ, ਬਟ ਬਹੁਤ ਸਾਰੇ ਬੱਚੇ ਨਹੀਂ ਕਰ ਪਾਏ ਕਿਉਂਕਿ ਸਕੂਲ ਬੰਦ ਸੀਗੇ। ਬਿਲਕੁਲ ਬਿਲਕੁਲ। ਤੇ ਉਹਦੇ ਵਾਸਤੇ ਆਪਾਂ ਹੁਣ ਇੱਕ ਸਕੂਲ ਬੇਸਿਸ ਦੇ ਉੱਪਰ ਜਾਂ ਬੱਚਿਆਂ ਵਾਸਤੇ ਪਲੇਟਫਾਰਮ ਆਲਰੇਡੀ ਤਿਆਰ ਕਰ ਰਹੇ ਹਾਂ ਜਿਹੜਾ ਕਿ ਇੱਕ ਬਿਲਕੁਲ ਫ੍ਰੀ ਆਫ ਕਾਸਟ ਹੋਏਗਾ। ਬੱਚੇ ਜਿਹੜੇ ਉੱਧਰ ਆਪਣੇ ਆਪ ਨੂੰ ਰਜਿਸਟਰ ਕਰ ਸਕਦੇ ਆ ਐਂਡ ਲੋਟਸ ਆਫ ਥਿੰਗਸ ਦੇ ਕੈਨ ਲਰਨ ਉੱਥੇ, ਜਿੱਦਾਂ ਕਿ ਪ੍ਰੋਗਰਾਮਿੰਗ ਹੋ ਗਿਆ, ਅਗਰ ਕੁਝ ਐਕਸਟਰਾ ਕਰਿਕੂਲਰ ਐਕਟੀਵਿਟੀਜ਼ ਹੈਗੀ ਹੈ ਉਹ ਵੀ ਆਪਣਾ ਕਰ ਸਕਦੇ ਆ, ਸਕੂਲ ਦੇ ਰਿਲੇਟਡ ਕੁਝ ਸਿੱਖਣਾ ਹੈ, ਆਪਣਾ ਸਿਲੇਬਸ ਕਰਨਾ, ਉਹ ਵੀ ਕਰ ਸਕਦੇ ਆ। ਬਿਲਕੁਲ ਬਿਲਕੁਲ, ਕਿਉਂਕਿ ਸਮੇਂ ਦੀ ਉਹ ਮੰਗ ਹੈ। ਮੈਂ ਤਾਂ ਹੀ ਉਹ ਚੀਜ਼ ਤੁਹਾਡੇ ਨਾਲ, ਕਿਉਂਕਿ ਤੁਸੀਂ ਇੰਨੀ ਵੱਡੀਆਂ ਜਿਹੜੀਆਂ ਚੀਜ਼ਾਂ ਨੂੰ ਕਰ ਰਹੇ ਹੋ ਤੇ ਬੱਚੇ ਦੀ ਏਡੀ ਵੱਡੀ ਅਚੀਵਮੈਂਟਸ ਆ, ਤੇ ਕਿਤੇ ਨਾ ਕਿਤੇ ਦੇਖੋ ਮੇਰਾ ਸਵਾਲ ਸੀਗਾ ਕਿਉਂਕਿ ਜ਼ਿਆਦਾਤਰ ਸਕੂਲਸ ਚਾਹੇ ਜਿੰਨੇ ਮਰਜ਼ੀ ਵੱਡੇ ਸੀ, ਪਰ ਉਹਨਾਂ ਨੇ YouTube, Google Meet ਜਾਂ ਮਤਲਬ ਆਲਤੂ ਫਾਲਤੂ ਇਹੋ ਜਿਹੀਆਂ ਚੀਜ਼ਾਂ ਨੂੰ ਯੂਟਿਲਾਈਜ਼ ਕੀਤਾ, ਬਟ ਪ੍ਰੋਪਰ ਕੋਈ ਵੀ ਪਲੇਟਫਾਰਮ ਨਹੀਂ ਲੈ ਕੇ ਆ ਪਾਇਆ। ਭਾਵੇਂ ਕਿ ਪੈਸਿਆਂ ਦੀ ਮੰਗ ਜ਼ਰੂਰ ਕਰ ਲਈ ਉਹਨਾਂ ਨੇ, ਸਕੂਲਾਂ ਨੇ, ਕਿ ਅਸੀਂ ਬੱਚਿਆਂ ਨੂੰ ਪੜ੍ਹਾ ਰਹੇ ਹਾਂ, ਪਰ ਮੈਨੂੰ ਲੱਗਦਾ ਕਿ ਸ਼ਾਇਦ ਅਗਰ ਇਹ ਬੱਚਾ ਏਡੀ ਵੱਡੀ ਅਚੀਵਮੈਂਟ ਕਰ ਸਕਦਾ ਤਾਂ ਸਕੂਲ ਵਾਸਤੇ ਕੋਈ ਵੱਡੀ ਗੱਲ ਨਹੀਂ ਸੀਗੀ। ਠੀਕ ਹੈ।
ਸੋ ਤੁਹਾਡਾ ਹੀ ਸਕੂਲ ਮੇਰੇ ਖਿਆਲ ਨਾਲ ਤੁਹਾਡੇ ਕੋਲੋਂ ਹੀ ਅਗਰ ਸੇਵਾਵਾਂ ਲੈ ਲੈਂਦਾ ਤੇ ਆਪਣੇ ਸਕੂਲ ਦੇ ਬੱਚਿਆਂ ਵਾਸਤੇ ਉਹ ਚੀਜ਼ਾਂ ਕਰ ਸਕਦਾ ਸੀ, ਪਰ ਨਹੀਂ ਕਰ ਪਾਏ। ਸੋ ਇਹ ਚੀਜ਼ਾਂ ਵੱਡੀਆਂ ਨੇ। ਸੋ ਬੱਚੇ ਤੁਸੀਂ ਵਿਦਾਂਸ਼ੂ ਜੀ ਇਹ ਦੱਸੋ ਕਿ ਹੁਣ ਅਗਲਾ ਟਾਰਗੇਟ ਤੁਹਾਡਾ ਕੀ ਹੈ? ਜਿੱਦਾਂ ਜੈਫ ਬੇਜ਼ੋਸ ਹੈਗੇ ਆ, ਬਿਲ ਗੇਟਸ ਹੈਗੇ ਆ, ਤੇ ਉਹਨਾਂ ਨੇ ਵੀ ਆਪਣਾ ਇੱਕ ਬਹੁਤ ਵੱਡਾ ਬਿਜ਼ਨਸ ਸੈਟਅਪ ਕੀਤਾ ਹੈ, ਤੇ ਮੈਂ ਵੀ ਚਾਹੁੰਦਾ ਕਿ ਮੈਂ ਵੀ ਆਪਣਾ ਇੱਕ ਵੱਡਾ ਬਿਜ਼ਨਸ ਸੈਟਅਪ ਕਰਾਂ, ਕਿ ਮਤਲਬ ਮੈਂ ਵੀ ਉਹਨਾਂ ਵਾਂਗੂ ਕੁਝ ਕਰਕੇ ਦਿਖਾਵਾਂ। ਤੇ ਮੇਰਾ ਜਿਹੜਾ ਇੱਕ ਮੈਸੇਜ ਹੈਗਾ ਉਹ ਇਹ ਹੀ ਹੈਗਾ ਕਿ ਇਟਸ ਆਲ ਅਬਾਊਟ ਮਾਈਂਡਸੈਟ, ਕਿ ਏਜ ਲਿਮਿਟ ਨਹੀਂ ਹੁੰਦੀ ਕੋਈ ਵੀ। ਪਹਿਲਾਂ ਤੁਸੀਂ ਡਿਗਰੀ ਲੈਣੀ ਹੈ, ਉਹ ਤੋਂ ਬਾਅਦ ਜੌਬ ਕਰਨੀ ਹੈ, ਉਹ ਤੋਂ ਬਾਅਦ ਤੁਹਾਨੂੰ ਐਕਸਪੀਰੀਅੰਸ ਹੋਊਗਾ, ਫਿਰ ਹੀ ਕਿਤੇ ਜਾ ਕੇ ਤੁਸੀਂ ਕੁਝ ਕਰ ਸਕਦੇ ਹੋ। ਇੱਦਾਂ ਦਾ ਕੁਝ ਨਹੀਂ ਹੁੰਦਾ, ਤੁਸੀਂ ਕਿਸੇ ਵੀ ਏਜ 'ਚ ਕੁਝ ਵੀ ਕਰ ਸਕਦੇ ਹੋ। ਸੋ ਮੋਸਟਲੀ ਤੁਸੀਂ ਜਿੱਦਾਂ ਤੁਹਾਡੇ ਪਾਪਾ ਦੱਸਦੇ ਨੇ ਵੀ ਸਕੂਲੋਂ ਫ੍ਰੀ ਹੁੰਦੇ ਆ, ਜਲਦੀ ਛੁੱਟੀ ਹੋਣੀ ਤੇ ਇੱਥੇ ਆ ਜਾਣਾ ਸੁੱਕਣਾ। ਸੋ ਤੁਸੀਂ ਖੇਡਣ ਲਈ ਕਿਹੜਾ ਸਮਾਂ ਕੱਢਦੇ ਹੋ ਆਪਣੇ ਦੋਸਤਾਂ ਮਿੱਤਰਾਂ ਨੂੰ ਮਿਲਣ ਵਾਸਤੇ, ਜਾਂ ਮਤਲਬ ਆਪਾਂ ਕਹਿੰਦੇ ਮਸਤੀ ਕਰਨ ਵਾਸਤੇ ਕਿਸ ਸਮੇਂ ਮਸਤੀ ਕਰਦੇ ਹੋ ਫਿਰ? ਉਹ ਤਾਂ ਮਸਤੀ ਜਦੋਂ ਵੀ ਥੋੜਾ ਬਹੁਤ ਟਾਈਮ ਮਿਲਦਾ ਉਦੋਂ ਕੁਝ ਵੀ ਕਰ ਸਕਦੇ ਹਾਂ ਆਪਾਂ। ਮਤਲਬ ਜ਼ਿਆਦਾਤਰ ਬੱਚਿਆਂ ਦਾ ਇਹੀ ਹੁੰਦਾ ਨਾ ਵੀ ਸਾਨੂੰ ਵੱਧ ਸਮਾਂ ਚਾਹੀਦਾ ਖੇਡਣ ਵਾਸਤੇ, ਵੀ ਆਨੇ ਬਹਾਨੇ ਬਾਹਰ ਨਿਕਲਣ ਦੀ ਕੋਸ਼ਿਸ਼ ਕਰਦੇ, ਤਾਂ ਤੁਸੀਂ ਕਹਿੰਦੇ ਥੋੜਾ ਬਹੁਤ ਸਮਾਂ ਪਾਪਾ ਨਹੀਂ ਦਿੰਦੇ, ਜਾਂ ਮਤਲਬ ਦਿਲ ਹੀ ਨਹੀਂ ਕਰਦਾ ਜਾਣ ਨੂੰ ਵੀ ਹਾਂ ਵੀ ਮੈਂ ਇੰਨਾ ਹੀ ਇਹਦੇ ਵਿੱਚ ਮੈਨੂੰ ਮਜ਼ਾ ਆ ਰਿਹਾ ਕਿ ਇਹੀ ਮੇਰੇ ਲਈ ਵੱਡੀ ਗੇਮ ਹੈ? ਹਾਂਜੀ, ਇਹੀ ਮੇਰੇ ਲਈ ਇੱਕ ਤਰ੍ਹਾਂ ਦੀ ਵੱਡੀ ਗੇਮ ਹੈ ਕਿ ਮੈਂ ਇਹਦੇ ਵਿੱਚ ਹੀ ਮੈਂ ਖੁਦ ਹੀ ਇੱਕ ਗੇਮ ਡਿਵੈਲਪ ਕਰਦਾ ਪਿਆ, ਤੇ ਉਹੀ ਮੇਰੇ ਲਈ ਇੱਕ ਬਹੁਤ ਵੱਡੀ। ਸੋ ਬਿਲਕੁਲ ਦੇਖਿਆ ਕਿ ਅਸੀਂ ਦੇਖੋ ਕੋਈ ਵੀ ਅਸੀਂ ਕਹਿੰਦੇ ਆ ਵੀ ਕਿਸੇ ਨੇ ਸਿੱਖਣਾ ਹੋਵੇ ਤੇ ਖੇਡ ਦੇ ਵਿੱਚ ਬਹੁਤ ਵਧੀਆ ਚੀਜ਼ ਸਿੱਖਿਆ ਜਾ ਸਕਦਾ, ਕਿਉਂਕਿ ਉਹਦੇ ਵਿੱਚ ਬੋਰੀਅਤ ਨਹੀਂ ਹੁੰਦੀ। ਸੋ ਖੇਡ ਦੇ ਵਿੱਚ ਹੀ ਮਾਂ-ਬਾਪ ਨੇ ਉਹਦੀ ਨਬਜ਼ ਫੜੀ ਤੇ ਉਹਨੂੰ ਤਕਰੀਬਨ ਸਿਖਾਤਾ, ਤੇ ਅੱਜ ਇੱਕ ਉਸ ਅਚੀਵਮੈਂਟ ਤੇ ਬੱਚਾ ਪਹੁੰਚ ਗਿਆ। ਸੋ ਬੱਚੇ ਦੇ ਜੋ ਡ੍ਰੀਮਸ ਨੇ ਕਿ ਆਉਣ ਵਾਲੇ ਸਮੇਂ 'ਚ ਜਿਸ ਤਰੀਕੇ ਨਾਲ ਬਿਲ ਗੇਟਸ ਵਰਗੇ ਜਿਹੜੇ ਨੇ ਮਹਾਨ ਲੋਕ ਜਿਨ੍ਹਾਂ ਨੇ ਸੌਫਟਵੇਅਰ ਦੀ ਡਿਵੈਲਪਮੈਂਟ ਕੀਤੀ, ਤਾਂ ਮੇਰੇ ਖਿਆਲ ਨਾਲ ਸ਼ਾਇਦ ਉਸੇ ਦਾ ਹੀ ਨਤੀਜਾ ਹੈ ਕਿ ਅਸੀਂ ਅੱਜ ਇੱਕ ਦੂਜੇ ਨਾਲ ਕਨੈਕਟਡ ਹਾਂ, ਚਾਹੇ ਉਹ ਮੋਬਾਈਲ ਫੋਨਸ ਦੀ ਗੱਲ ਕਰੀਏ, ਚਾਹੇ ਕੰਪਿਊਟਰ ਦੀ ਗੱਲ ਕਰੀਏ, ਕਿਤੇ ਸ਼ੁਰੂਆਤ ਉਹਨਾਂ ਨੇ ਕੀਤੀ ਸੀ। ਸੋ ਮੇਰੇ ਖਿਆਲ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਸ਼ਾਇਦ ਬਿਲ ਗੇਟ ਤੋਂ ਵੱਡਾ ਨਾਮ ਜਿਹੜਾ ਹੈ ਵਿਦਾਂਸ਼ੂ ਗੁਪਤਾ ਦਾ ਹੋਏਗਾ। ਸੋ ਅਸੀਂ ਵੀ ਉਮੀਦ ਕਰਦੇ ਹਾਂ। ਸੋ ਮਾਂ-ਬਾਪ ਨੂੰ ਬਹੁਤ ਵਧਾਈ ਦਿੰਦੇ ਹਾਂ, ਵਿਦਾਂਸ਼ੂ ਜੀ ਨੂੰ ਬਹੁਤ ਵਧਾਈ ਦਿੰਦੇ ਹਾਂ ਕਿ ਇੱਕ ਕੰਪਨੀ ਦੇ ਮਾਲਕ ਨੇ, ਇੱਕ CEO ਨੇ। ਬਹੁਤ ਸਾਰੇ ਲੋਕ ਵੱਡੀ ਉਮਰ ਤੱਕ ਜਾ ਕੇ ਵੀ ਕੰਪਨੀ ਦੇ CEO ਨਹੀਂ ਬਣ ਪਾਉਂਦੇ, ਜ਼ਿਆਦਾਤਰ ਨੌਕਰੀ ਹੀ ਲੱਭਦੇ ਨੇ। ਅੱਜ ਦੀ ਡੇਟ ਸਭ ਤੋਂ ਵੱਡੀ ਤਰਾਸਦੀ ਸਾਡੀ ਇਹ ਆ ਕਿ ਅਸੀਂ ਨੌਕਰੀ ਲੱਭਣ ਦੀ ਕੋਸ਼ਿਸ਼ ਕਰਦੇ, ਬਟ ਅਸੀਂ ਐਂਟਰਪ੍ਰੇਨਿਓਰ ਬਣਨ ਦੀ ਕੋਸ਼ਿਸ਼ ਨਹੀਂ ਕਰਦੇ। ਸੋ ਇਹਦੇ ਤੇ ਤੁਸੀਂ ਕੀ ਕਹੋਗੇ ਸੰਦੀਪ ਜੀ? ਇਹ ਬਿਲਕੁਲ ਬਹੁਤ ਤੁਸੀਂ ਜਿਹੜੀ ਬੇਸਿਕ ਗੱਲ ਕਹੀ ਹੈ, ਜਿਹੜੀ ਕਿ ਬਹੁਤ ਵੱਡਾ ਮਾਈਂਡ ਸੈਟਅਪ ਸਾਡੇ ਸਮਾਜ 'ਚ ਹੋ ਚੁੱਕਿਆ ਹੈ। ਔਰ ਉਸ ਤੋਂ ਵੀ ਵੱਡੀ ਇੱਕ ਜਿਹਨੂੰ ਆਪਾਂ ਨਿਰਾਸ਼ਾਜਨਕ ਗੱਲ ਕਹਿੰਦੇ ਕਿ ਹਰ ਇੱਕ ਬੰਦਾ ਕੰਮ ਲੱਭ ਰਿਹਾ ਹੈ, ਲੇਕਿਨ ਕੰਮ ਕਰਨਾ ਕੋਈ ਨਹੀਂ ਚਾਹੁੰਦਾ। ਉਹਨੂੰ ਇਹ ਹੁੰਦਾ ਹੈ ਕਿ ਠੀਕ ਹੈ ਮੈਨੂੰ ਇੱਕ ਨੌਕਰੀ ਮਿਲ ਜਾਏ, ਚੰਗੇ ਪੈਸੇ ਮਿਲ ਜਾਣ, ਪਰ ਮੈਂ ਕੰਮ ਨਾ ਕਰਾਂ। ਜ਼ਿਆਦਾਤਰ ਆਪਾਂ ਲੋਕਾਂ ਨੂੰ ਇੱਕ ਦੂਸਰੇ ਨੂੰ ਕਹਿੰਦੇ ਵੀ ਸੁਣਨੇ ਆ, ਬਿਲਕੁਲ ਠੀਕ ਹੈ। ਬਟ ਇੱਕ ਜਿਹੜਾ ਆਪਾਂ ਇਸ ਚੀਜ਼ ਨੂੰ ਆਪਾਂ ਬੇਸਿਕਲੀ ਕੱਢਣਾ ਚਾਹੁੰਦੇ ਹਾਂ, ਦਿਸ ਸ਼ੁੱਡ ਬੀ ਐਲੀਮੀਨੇਟਡ ਫਰਮ ਸੋਸਾਇਟੀ। ਸੋ ਇਹਦੇ ਵਿੱਚ ਮੈਂ ਤੁਹਾਡੇ ਨਾਲ ਥੋੜ੍ਹਾ ਜਿਹਾ ਇੰਟਰੈਕਟ ਕਰਨਾ ਚਾਹੂੰਗਾ, ਕਿਉਂਕਿ ਤੁਸੀਂ ਆਉਂਦਿਆਂ ਜੀ ਤੁਸੀਂ ਆਏ ਸੀ, ਗੱਲਬਾਤ ਕੀਤੀ, ਤੁਸੀਂ ਦੱਸਿਆ ਕਿ ਤੁਸੀਂ ਤਕਰੀਬਨ MPs ਵਾਸਤੇ ਵੈਬਸਾਈਟ ਵੀ ਬਣਾਈਆਂ ਨੇ, ਜਿੰਨੇ ਵੀ MP ਨੇ ਸਾਡੇ ਦੇਸ਼ ਦੇ। ਸੋ ਕਿੰਨੇ MPs ਲਈ ਉਹ ਬਣਾਈਆਂ, ਤਾਂ ਤੁਸੀਂ ਹੁਣ ਤੱਕ ਕੀ ਕੁਛ ਕੀਤਾ ਇਸ ਚੀਜ਼ ਲਈ? ਕਿਉਂਕਿ ਬੱਚੇ ਦੀ ਤਾਂ ਅਚੀਵਮੈਂਟ ਹੈਗੀ ਆ, ਪਰ ਤੁਹਾਡੀ ਵੀ ਅਚੀਵਮੈਂਟ ਵੱਡੀ ਹੈ ਕਿ ਤੁਸੀਂ ਵੀ ਦੱਸਿਆ ਕਿ ਤੁਹਾਡੇ ਬਹੁਤ ਸਾਰੇ ਵਰਲਡ ਰਿਕਾਰਡ ਵੀ ਬਣੇ, ਤੇ ਉਹ ਕੀ ਨੇ? ਮੈਂ ਜੀ 2018 'ਚ ਅਪ੍ਰੈਲ ਮੰਥ ਦੇ ਅੰਦਰ 500 ਜਿਹੜੇ ਸਾਡੇ 45 MPs ਹੈਗੇ ਆ, ਜਿਨ੍ਹਾਂ ਦੇ 543 ਲੋਕ ਸਭਾ ਦੇ ਅੰਦਰ ਸਿਟਿੰਗ MPs ਹੈਗੇ ਆ, ਤੇ 2 ਐਂਗਲੋ ਇੰਡੀਅਨਸ ਹੈਗੇ ਆ, ਤੇ ਟੋਟਲ ਹੋ ਜਾਂਦੇ 545। ਉਹਨਾਂ ਵਾਸਤੇ ਇੰਡੀਵਿਜੂਅਲ ਵੈਬਸਾਈਟਸ ਬਣਾ ਕੇ ਲਾਂਚ ਕੀਤੀ ਸੀਗੀ, ਤੇ ਇਹਦੇ ਵਾਸਤੇ ਮੇਰੇ 2 ਵਰਲਡ ਰਿਕਾਰਡ ਤੇ 3 ਨੈਸ਼ਨਲ ਰਿਕਾਰਡ ਇਨਕਲੂਡਿੰਗ ਲਿਮਕਾ ਬੁੱਕ ਆਫ ਰਿਕਾਰਡ 'ਚ ਮੇਰਾ ਨਾਮ ਦਰਜ ਹੈ। ਤੇ ਲਾਸਟ ਅਗਰ ਮੈਂ 2020 ਦੀ ਗੱਲ ਕਰਾਂ, ਈਅਰ ਅਗਸਤ 2020 'ਚ ਮੈਂ ਆਲ ਓਵਰ ਪੰਜਾਬ 'ਚ 117 MLA ਹੈਗੇ ਆ, ਉਹਨਾਂ ਦੇ ਵੀ ਪੋਰਟਲਸ ਲਾਂਚ ਕਰਕੇ ਇਸੇ ਅਗਸਤ ਮਹੀਨੇ 'ਚ ਲਾਂਚ ਕੀਤੇ ਸੀਗੇ, ਤੇ ਉਹਦਾ ਇੱਕ 6ਵਾਂ ਜਿਹੜਾ ਨੈਸ਼ਨਲ ਰਿਕਾਰਡ ਹੈ ਉਹ ਵੱਖਰਾ ਮੇਰਾ ਬਣਿਆ। ਬਿਲਕੁਲ। ਸੋ ਮਤਲਬ ਵੱਖ-ਵੱਖ ਤਰ੍ਹਾਂ ਦੇ ਜਿਹੜੇ ਨੈਸ਼ਨਲ ਅਵਾਰਡ, ਲਿਮਕਾ ਬੁੱਕ ਦੀ ਗੱਲ ਕਰੀਏ, ਵਰਲਡ ਰਿਕਾਰਡ ਬਣਾ ਚੁੱਕੇ ਨੇ। ਸੋ ਜਿਹੜੀਆਂ ਉਹ ਵੈਬਸਾਈਟਸ ਬਣਾਈਆਂ ਨੇ, ਉਹਦਾ ਸੋਸਾਇਟੀ ਨੂੰ ਬੈਨੀਫਿਟ ਕੀ ਹੈ? ਸੋਸਾਇਟੀ ਵਾਸਤੇ ਬੇਸਿਕਲੀ ਉਹ ਚੀਜ਼ ਆਪਾਂ ਡਿਵੈਲਪ ਕੀਤੀ ਹੈ ਸੋ ਦੈਟ ਜਿਹੜਾ ਇੱਕ ਗੈਪ ਹੈਗਾ, ਸਾਡੀ ਜਿਹੜੀ ਸੰਸਥਾ ਹੈਗੀ ਹੈ ਉਹਦਾ ਨਾਮ ਵੀ ਬ੍ਰਿਜ ਗੈਪ ਹੈਗਾ, ਤੇ ਬ੍ਰਿਜ ਆਪਾਂ ਤਿਆਰ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਹੜਾ ਕਿ ਉਹ ਡਿਜੀਟਲ ਬ੍ਰਿਜ ਹੋਏਗਾ। ਇੱਕ ਗੈਪ ਜਿਹੜਾ ਇੱਕ ਕ੍ਰੀਏਟ ਹੋਇਆ ਪਿਆ ਸਾਡਾ ਕਿ ਇੱਕ ਪੋਲੀਟੀਕਲ ਪਰਸਨ ਹੈਗਾ, ਤੇ ਜਿਹੜਾ ਉਸ ਪੋਲੀਟੀਕਲ ਪਰਸਨ ਦੇ ਕਨਸਟੀਟਿਊਐਂਸੀ ਦੇ ਲੋਕ ਹੈਗੇ ਆ, ਉਹਨਾਂ ਦੀ ਆਪਸ ਦੀ ਕਨੈਕਟੀਵਿਟੀ ਜਿਹੜੀ ਹੈਗੀ ਆ, ਉਹ ਆਪਾਂ ਐਸਟੈਬਲਿਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਬਿਲਕੁਲ। ਸੋ ਲਾਸਟਲੀ ਅਸੀਂ ਗੱਲ ਕਰਾਂਗੇ ਵਿਦਾਂਸ਼ੂ ਗੁਪਤਾ ਜੀ ਨਾਲ, ਕਿਉਂਕਿ ਸਾਡੇ ਅੱਜ ਦੇ ਸਭ ਤੋਂ ਵੱਡੇ ਅਸੀਂ ਕਹਿ ਦਈਏ ਚੀਫ ਗੈਸਟ ਵੀ ਆ, ਹੀਰੋ ਵੀ ਨੇ। ਸੋ ਮੇਰੇ ਖਿਆਲ ਨਾਲ ਅੱਜ ਤਾਂ ਅਸੀਂ ਜ਼ਰੂਰ ਬੈਠੇ ਹਾਂ, ਪਰ ਆਉਣ ਵਾਲੇ ਸਮੇਂ ਸ਼ਾਇਦ ਸਾਨੂੰ ਅਪੁਆਇੰਟਮੈਂਟ ਲੈ ਕੇ ਬੈਠਣਾ ਪਏਗਾ। ਤਾਂ ਉਹ ਅਪੁਆਇੰਟਮੈਂਟ ਕਿੰਨੇ ਦਿਨਾਂ ਦੀ ਹੋ ਸਕਦੀ ਆ? ਉਹ ਮਹੀਨੇ ਦੀ ਵੀ ਹੋ ਸਕਦੀ, ਸਾਲਾਂ ਦੀ ਵੀ ਹੋ ਸਕਦੀ, ਕਿਉਂਕਿ ਇੰਨੇ ਬਿਜ਼ੀ ਹੋਣ ਜਾ ਰਹੇ ਨੇ ਵਿਦਾਂਸ਼ੂ ਜੀ। ਸੋ ਵਿਦਾਂਸ਼ੂ ਜੀ ਆਪਣੇ ਹੋਰ ਦੋਸਤਾਂ ਮਿੱਤਰਾਂ ਨੂੰ
ਜਿੰਨੇ ਵੀ ਸੁਸਾਇਟੀ ਦੇ ਵਿੱਚ ਤੁਹਾਡੀ ਏਜ ਦੇ ਨੇ, ਤੁਹਾਡੀ ਏਜ ਤੋਂ ਵੱਡੇ ਨੇ, ਉਹਨਾਂ ਲਈ ਕੀ ਮੈਸੇਜ ਦੇਣਾ ਚਾਹੁੰਦੇ ਹੋ? ਜਿੱਦਾਂ ਮੈਂ ਤੁਹਾਨੂੰ ਪਹਿਲਾਂ ਕਿਹਾ ਸੀਗਾ ਵੀ ਮੈਂ ਸਾਰਿਆਂ ਨੂੰ ਇਹ ਮੈਸੇਜ ਦੇਣਾ ਚਾਹੁੰਦਾ ਵੀ ਇਟਸ ਆਲ ਅਬਾਊਟ ਮਾਈਂਡਸੈਟ, ਕਿ ਮਤਲਬ ਤੁਹਾਨੂੰ ਏਜ ਲਿਮਿਟ ਨਹੀਂ ਹੈ ਕੋਈ ਵੀ, ਤੁਸੀਂ ਕਿਸੇ ਵੀ ਏਜ 'ਚ ਕੁਝ ਵੀ ਕਰ ਸਕਦੇ ਹੋ। ਜਿਹੜਾ ਵੀ ਤੁਹਾਡਾ ਟੈਲੈਂਟ ਹੈ ਤੁਸੀਂ ਉਹਨੂੰ ਹੋਰ ਐਕਸਪਲੋਰ ਕਰੋ ਅਤੇ ਉਸ ਦੇ ਵਿੱਚ ਹੋਰ ਕੰਮ ਕਰੋ। ਸੋ ਲਾਸਟ ਕੁਐਸਚਨ ਸੰਦੀਪ ਜੀ ਤੁਹਾਡੇ ਨਾਲ, ਤੁਹਾਨੂੰ ਉਸ ਟਾਈਮ ਕਿੱਦਾਂ ਲੱਗਦਾ ਕਿ ਜਦੋਂ ਸਾਡੇ ਦੇਸ਼ ਦਾ ਕੋਈ ਵੀ ਜਿਹੜਾ ਐਜੂਕੇਸ਼ਨ ਮਿਨਿਸਟਰ ਹੈ ਉਹ ਐਜੂਕੇਸ਼ਨ ਦੇ ਵਿੱਚ ਘੱਟ ਹੁੰਦਾ ਅਤੇ ਬਣ ਜਾਂਦਾ, ਸੋ ਤਕਰੀਬਨ ਐਜੂਕੇਸ਼ਨ ਮਿਨਿਸਟਰ ਪੂਰੇ ਦੇਸ਼ ਦੇ ਲਈ, ਤੁਹਾਨੂੰ ਉਸ ਟਾਈਮ ਲੱਗਦਾ ਕਿ ਐਜੂਕੇਸ਼ਨ ਉੱਪਰ ਜਾ ਸਕਦੀ? ਕਿਉਂਕਿ ਦੇਖੋ ਤੁਸੀਂ ਪੜ੍ਹੇ ਲਿਖੇ ਸੀ ਤਾਂ ਤੁਸੀਂ ਆਪਣੇ ਬੱਚੇ ਦੇ ਟੈਲੈਂਟ ਨੂੰ ਪਛਾਣ ਲਿਆ, ਅਤੇ ਜਦੋਂ ਸਾਡੀ ਐਜੂਕੇਸ਼ਨ ਮਿਨਿਸਟਰੀ ਦੀ ਗੱਲ ਕਰੀਏ ਉਹਦੇ ਵਿੱਚ 8ਵੀਂ 10ਵੀਂ ਪੜ੍ਹੇ ਜਦੋਂ ਐਜੂਕੇਸ਼ਨ ਮਿਨਿਸਟਰ ਬਣ ਜਾਂਦੇ ਨੇ, ਕਿਆ ਉਸ ਟਾਈਮ ਸਾਡਾ ਦੇਸ਼ ਤਰੱਕੀ ਕਰ ਸਕਦਾ? ਕੋਈ ਉਸ ਟਾਈਮ ਇਹੋ ਜਿਹੇ ਜਿਹੜੀ ਡਿਵੈਲਪਮੈਂਟ ਹੋ ਸਕਦੀਆਂ ਨੇ ਐਜੂਕੇਸ਼ਨ ਨੂੰ ਲੈ ਕੇ? ਕੀ ਸਾਡਾ ਜਿਹੜਾ ਦੇਸ਼ ਦੀ ਤਰੱਕੀ ਆ ਉਹ ਹੋ ਸਕਦੀ ਇਸ ਚੀਜ਼ ਨੂੰ ਲੈ ਕੇ? ਦੇਖੋ ਮੇਰਾ ਇੱਥੇ ਜਿਹੜਾ ਮਤ ਹੈਗਾ, ਜਿਹੜਾ ਮੇਰੀ ਇੱਕ ਧਾਰਨਾ ਹੈਗੀ ਹੈ ਕਿ ਅਗਰ ਮੈਂ ਕਹਾਂ ਕਿ ਇੱਕ ਬੰਦਾ ਹੈਗਾ ਕੋਈ ਵੀ, ਉਹ PhD ਵੀ ਕਰ ਲਵੇ ਤੇ PhD ਕਰਕੇ ਅਗਰ ਉਹ ਕਹੇ ਕਿ ਠੀਕ ਹੈ ਜੀ ਮੈਂ ਆਪਣੇ ਐਜੂਕੇਸ਼ਨ ਮਿਨਿਸਟਰ ਲੈਵਲ ਤੇ ਉਹਨੂੰ ਪਦ ਦੇ ਦਿੱਤਾ ਜਾਵੇ ਤੇ ਉਹ ਇੱਕ ਦੇਸ਼ ਨੂੰ ਅੱਗੇ ਲੈ ਕੇ ਜਾਊਗਾ, ਤਾਂ ਦਿਸ ਇਜ਼ ਨਾਟ ਟਰੂ। ਕਿਉਂਕਿ ਇੱਕ PhD ਮੈਂ ਤੁਹਾਨੂੰ ਦੱਸਦਾ ਕਿ ਆਪਣੇ ਅੱਜ ਕਾਲਜਾਂ ਦਾ ਹਾਲ ਲੈ ਲਓ। ਮੈਂ ਇਸ ਕਰਕੇ ਕੁਐਸਚਨ ਪੁੱਟ ਅਪ ਕੀਤਾ, ਸੌਰੀ। ਸੋ ਕਿਉਂਕਿ ਅਮਰੀਕਾ ਦੇ ਵਿੱਚ ਰਾਸ਼ਟਰਪਤੀ ਬਣੇ ਨੇ ਹੁਣ ਬਾਈਡਨ ਜੀ, ਸੋ ਉਹਨਾਂ ਨੇ ਇੱਕ ਪ੍ਰੋਮਿਸ ਕੀਤਾ ਸੀਗਾ ਵੀ ਮੇਰੇ ਦੇਸ਼ ਦਾ ਐਜੂਕੇਸ਼ਨ ਮਿਨਿਸਟਰ ਜਿਹੜਾ ਵਾ ਉਹ ਇੱਕ ਟੀਚਰ ਹੀ ਹੋਏਗਾ, ਕਿਉਂਕਿ ਟੀਚਰ ਹੀ ਬੈਟਰ ਅੰਡਰਸਟੈਂਡਿੰਗ ਕਰ ਸਕਦਾ ਕਿ ਸਿਸਟਮ ਦੇ ਵਿੱਚ ਕਿੱਦਾਂ ਦੇ ਚੇਂਜਸ ਚਾਹੀਦੇ ਆ ਸਮੇਂ ਦੇ ਮੁਤਾਬਿਕ। ਠੀਕ ਹੈ ਜੀ। ਸੋ ਇਸ ਕਰਕੇ ਆ ਕਿਉਂਕਿ ਸਾਡੇ ਇੱਥੇ ਜਦੋਂ ਕੋਈ ਵੀ ਮਿਨਿਸਟਰੀ ਬਣਦੀ ਹੈ ਸੋ ਉਹਦਾ ਇੱਕ ਸੈੱਟ ਮਾਰਕ ਜਿਹੜਾ ਉਹ ਡਿਸਾਈਡ ਹੀ ਨਹੀਂ ਕੀਤਾ ਜਾਂਦਾ ਵੀ ਕੌਣ ਹੋਏਗਾ, ਮਤਲਬ ਆਪਾਂ ਆਪਣੇ ਚਹੇਤਿਆਂ ਨੂੰ ਬਣਾਉਣੇ ਕਿਤੇ ਨਾ ਕਿਤੇ। ਦੈਟਸ ਵਾਈ ਆਮ ਆਸਕਿੰਗ ਦਿਸ। ਮੈਂ ਉਹੀ ਕਹਿ ਰਿਹਾ ਕਿ ਤੁਹਾਨੂੰ ਕਿ ਜਿਸ ਤਰ੍ਹਾਂ ਕਿ ਮਾਈਂਡਸੈਟ ਹੈਗਾ, ਅਗਰ ਆਪਾਂ ਕਹੀਏ ਕਿ ਦੇਸ਼ ਦੇ ਅੰਦਰ ਕ੍ਰਾਂਤੀਆਂ ਲੈਣ ਵਾਲੇ ਜਾਂ ਪੂਰੇ ਵਿਸ਼ਵ ਦੇ ਅੰਦਰ ਕ੍ਰਾਂਤੀਆਂ ਲੈਣ ਵਾਲੇ ਜ਼ਿਆਦਾਤਰ ਡ੍ਰੌਪ ਆਊਟਸ ਹੀ ਹੋਏ ਹੈ। ਇਹ ਉਹ ਲੋਕ ਹੈ ਕਿ ਜਿਹੜੇ ਕਿ ਕਦੀ ਸਕੂਲ ਨਹੀਂ ਗਏ। ਅਗਰ ਆਪਾਂ ਅੱਜ ਐਪਲ ਦੀ ਗੱਲ ਕਰੀਏ, ਐਪਲ ਦਾ ਸਟੀਵ ਜੌਬਸ ਹੀ ਇਜ਼ ਅ ਡ੍ਰੌਪ ਆਊਟ, ਬਿਲ ਗੇਟਸ ਵੀ ਇੱਕ ਡ੍ਰੌਪ ਆਊਟ। ਬਿਲਕੁਲ। ਤੇ ਆਪਾਂ ਇੱਕ ਐਜੂਕੇਸ਼ਨ ਦੇ ਨਾਲ ਜਾਂ ਕੁਆਲੀਫਿਕੇਸ਼ਨ ਦੇ ਨਾਲ ਦੇਸ਼ ਦੀ ਤਰੱਕੀ, ਵਿਸ਼ਵ ਦੀ ਤਰੱਕੀ, ਲੋਕ ਕਲਿਆਣ ਨੂੰ ਕਨੈਕਟੀਵਿਟੀ ਨਹੀਂ ਕਰ ਸਕਦੇ। ਇਹਦੇ ਵਾਸਤੇ ਦੇਖੋ ਇੱਕ ਬਹੁਤ ਵੱਡਾ ਮਾਈਂਡਸੈਟ ਹੋਣਾ, ਵਿਜ਼ਨ ਹੋਣਾ ਜ਼ਰੂਰੀ ਹੈ। ਉਹ ਇੱਕ 8ਵੀਂ ਪਾਸ ਕੋਲ ਵੀ ਹੋ ਸਕਦਾ ਹੈ। ਬਿਲਕੁਲ। ਤੇ ਸਾਨੂੰ ਅਗਰ ਆਪਾਂ ਪੁਆਇੰਟ ਰੱਖੀਏ ਕਿ ਦ ਪਰਸਨ ਸ਼ੁੱਡ ਬੀ ਵਿਜ਼ਨਰੀ, ਉਹ ਭਾਵੇਂ ਪੜ੍ਹਿਆ ਵੀ ਨਾ ਹੋਵੇ ਉਹ ਫਿਰ ਵੀ ਦੇਸ਼ ਨੂੰ ਅੱਗੇ ਲੈ ਜਾ ਸਕਦਾ ਹੈ। ਬਿਲਕੁਲ। ਸੋ ਅਸੀਂ ਬਿਲਕੁਲ ਮਿਦਾਂਸ਼ ਦੇ ਫਾਦਰ ਨਾਲ ਵੀ ਗੱਲ ਕੀਤੀ, ਮਿਦਾਂਸ਼ ਨਾਲ ਵੀ ਗੱਲਬਾਤ ਕੀਤੀ, ਤੇ ਅਸੀਂ ਚਾਹਿਆ ਕਿ ਕਿਤੇ ਨਾ ਕਿਤੇ ਉਸ ਮਾਂ ਨਾਲ ਵੀ ਗੱਲਬਾਤ ਕੀਤੀ ਜਾਵੇ, ਮਿਦਾਂਸ਼ ਦੀ ਮਦਰ ਨਾਲ, ਕਿਉਂਕਿ ਇੱਕ ਮਾਂ ਨੂੰ ਬੜੀ ਪ੍ਰਾਊਡ ਮੂਵਮੈਂਟ ਹੁੰਦੀ ਹੈ ਜਦੋਂ ਬੱਚਾ ਕੋਈ ਅਚੀਵਮੈਂਟ ਕਰਦਾ ਹੈ। ਸੋ ਤੁਹਾਨੂੰ ਕਿਸ ਤਰੀਕੇ ਨਾਲ ਲੱਗਿਆ ਜਦੋਂ ਪਹਿਲੀ ਸਟੈਪ ਆਪਾਂ ਨਾ ਬੱਚਾ ਪਹਿਲੀ ਵਾਰ ਕ੍ਰੋਲ ਕਰਦਾ ਤੇ ਮਾਂ ਨੂੰ ਸਭ ਤੋਂ ਵੱਧ ਖੁਸ਼ੀ ਹੁੰਦੀ ਹੈ। ਸੋ ਜਦੋਂ ਚੱਲਣਾ ਸਿੱਖਦਾ ਹੈ, ਪਹਿਲਾ ਸਟੈਪ ਆਊਟ ਕਰਦਾ ਉਦੋਂ, ਤੇ ਜਦੋਂ ਇਹਨੇ ਜ਼ਿੰਦਗੀ ਦੀ ਉਸ ਰਾਹ ਦੇ ਉੱਤੇ ਆਪਣਾ ਸਟੈਪ ਆਊਟ ਕੀਤਾ ਜਿਹਦੇ ਤੇ ਹਰ ਮਾਂ-ਬਾਪ ਜਿਹੜਾ ਵਾ ਬੱਚਾ ਜਦੋਂ ਜਨਮਦਾ ਹੈ ਤਾਂ ਉਦੋਂ ਤੋਂ ਸੋਚਦਾ ਹੈ ਕਿ ਮੈਂ ਕਿਹਨੂੰ ਕੀ ਬਣਾਵਾਂਗਾ, ਕੀ ਬਿਜ਼ਨਸਮੈਨ ਬਣੇਗਾ, ਕਿਸੇ ਅਹੁਦੇ ਤੇ ਜਾਏਗਾ। ਸੋ ਇਹਨੇ ਜ਼ਿੰਦਗੀ ਦੇ ਉਸ ਸਟੈਪ ਦੇ ਉੱਤੇ ਪੈਰ ਰੱਖਿਆ ਤੇ ਤੁਹਾਨੂੰ ਉਦੋਂ ਕਿੱਦਾਂ ਦਾ ਫੀਲ ਹੋਇਆ? ਹਾਂਜੀ ਸਰ, ਨੈਚੁਰਲੀ ਹੈ ਕਿ ਬਹੁਤ ਹੀ ਜ਼ਿਆਦਾ ਅੱਛਾ ਲੱਗਿਆ, ਕਿਉਂਕਿ ਜਿੱਦਾਂ ਕਿ ਇਹਨਾਂ ਨੇ ਦੱਸਿਆ ਕਿ ਅਸੀਂ ਬੱਚਿਆਂ ਨੂੰ ਇੱਥੇ ਸਿਖਾਉਂਦੇ ਹਾਂ ਕੋਡਿੰਗ, ਤੇ ਕਲਾਸ 'ਚ ਬੈਠ ਜਾਂਦਾ ਸੀ ਉਦੋਂ ਨੋਟ ਇਹਨੂੰ ਸਮਝ ਕੁਛ ਨਹੀਂ ਸੀ ਆਉਂਦਾ, ਬਟ ਆਪਣੀ ਹੀ ਲੈਂਗੁਏਜ 'ਚ ਕੁਛ ਲਿਖ ਲੈਂਦਾ ਸੀ ਨੋਟਪੈਡ ਤੇ ਅਸੀਂ ਬੜਾ ਹੱਸਦੇ ਸੀਗੇ ਕਿ ਦੇਖੋ ਉਹਨੂੰ ਸਮਝ ਨਹੀਂ ਆਉਂਦਾ ਬਟ ਉਹ ਕੁਛ ਲਿਖ ਲੈਂਦਾ। ਕੀ ਉਹ ਲੈਂਗੁਏਜ ਤੁਹਾਨੂੰ ਸਮਝ ਆਉਂਦੀ ਸੀ ਜਦੋਂ ਲਿਖਦਾ ਸੀ? ਦੇਖੋ ਉਹ ਤਾਂ ਕੀ ਸਮਝ ਆਣੀ ਹੈ, ਕਿਉਂਕਿ ਮੈਂ ਇਸ ਕਰਕੇ ਪੁੱਛ ਰਿਹਾ ਕਿਉਂਕਿ ਤੁਸੀਂ ਜੇ ਕੋਡਿੰਗ ਸਮਝ ਸਕਦੇ ਹੋ, ਕਿਉਂਕਿ ਸਾਨੂੰ ਜਿਹੜਾ ਜੋ ਕੁਛ ਆਉਂਦਾ ਆ, ਜੋ ਕੰਪਿਊਟਰ ਤੇ ਲਿਖਿਆ ਆਉਂਦਾ ਉਹ ਕੁਛ ਹੋਰ ਹੁੰਦਾ, ਪਰ ਕੋਡਿੰਗ ਕੁਛ ਹੋਰ ਹੁੰਦੀ। ਤੇ ਮੇਰੇ ਖਿਆਲ ਤੁਸੀਂ ਆਪਣੀ ਬੱਚੇ ਦੀ ਕੋਡਿੰਗ, ਕਿਉਂਕਿ ਨਾ ਗੂੰਗੇ ਦੀ ਰਮਜਾਂ ਗੂੰਗੇ ਦੀ ਮਾਂ ਪਛਾਣਦੀ ਆ, ਤੇ ਇਸ ਕਰਕੇ ਜਿਹੜੀ ਕੰਪਿਊਟਰ ਦੀ ਲੈਂਗੁਏਜ ਜਿਹੜੀ ਇਹ ਲਿਖ ਰਿਹਾ ਸੀ ਸ਼ਾਇਦ ਤੁਹਾਨੂੰ ਸਮਝ ਆਉਂਦੀ, ਉਹ ਸਮਝ ਆ ਗਈ ਤੇ ਤਾਂ ਹੀ ਸ਼ਾਇਦ ਅੱਜ ਇਹ ਕੁਝ ਬਣ ਗਿਆ। ਬਿਲਕੁਲ ਹਾਂਜੀ ਠੀਕ ਹੈ। ਤੇ ਹੌਲੀ ਹੌਲੀ ਫਿਰ ਨੋਟ ਪ੍ਰੈਕਟੀਕਲ ਜਦੋਂ ਅਸੀਂ ਬੱਚਿਆਂ ਨੂੰ ਕਰਾਉਂਦੇ ਸੀ ਉਸ ਚੀਜ਼ ਨੂੰ ਸਿੱਖਦਾ ਸੀ। ਫਿਰ ਸਾਨੂੰ ਲੱਗਿਆ ਕਿ ਯੈਸ ਕਿ ਇਹ ਕਰ ਸਕਦਾ। ਫਿਰ ਦੇਖੋ 5 ਸਾਲ ਤੋਂ ਫਿਰ 6 ਸਾਲ 7 ਸਾਲ ਤੋਂ ਉਮਰ ਜਿੱਦਾਂ ਜਿੱਦਾਂ ਵਧੀ ਇਹਨੂੰ ਉਹ ਚੀਜ਼ਾਂ ਹੋਰ ਸਮਝ ਆਉਣ ਲੱਗੀਆਂ, ਤਾਂ ਜਿੱਦਾਂ ਜਿੱਦਾਂ ਸਮਝ ਆਈਆਂ ਅਸੀਂ ਵੀ ਇਹਨੂੰ ਥੋੜਾ ਐਕਸਪਲੋਰ ਕੀਤਾ, ਥੋੜਾ ਉਹ ਚੀਜ਼ਾਂ ਬਾਰੇ ਇਹਨੂੰ ਨੌਲੇਜ ਦਿੱਤੀ ਕਰਦੇ ਕਰਦੇ, ਕਿਉਂਕਿ ਉਹਦੇ ਕੋਲ ਟਾਈਮ ਬਹੁਤ ਜ਼ਿਆਦਾ ਹੁੰਦਾ ਸੀਗਾ। ਜਦੋਂ ਐਗਜ਼ਾਮਸ ਹੁੰਦੇ ਸੀ, ਛੁੱਟੀਆਂ ਹੁੰਦੀਆਂ ਸੀ, ਉਹ ਤਾਂ ਪੂਰਾ ਟਾਈਮ ਹੀ ਸਾਡੇ ਨਾਲ ਆਫਿਸ ਹੀ ਹੁੰਦਾ ਸੀਗਾ। ਓਕੇ, ਸੋ ਤੁਸੀਂ ਜਿਸ ਤਰੀਕੇ ਨਾਲ ਦੱਸਿਆ ਕੁਝ HCPC ਵੈਬਸਾਈਟ ਦੇ ਉੱਤੇ ਵੀ, ਜਾਂ ਤੁਸੀਂ ਦੱਸ ਰਹੇ ਸੀਗੇ ਵੀ ਮੋਸਟਲੀ ਪਿਛਲੇ ਦਿਨਾਂ ਤੁਹਾਡਾ ਸ਼ਡਿਊਲ ਬਹੁਤ ਬਿਜ਼ੀ ਆ, ਸੈਂਪਲਾਂ ਜੀ ਦੇ ਪ੍ਰੋਗਰਾਮ ਤੇ ਵੀ ਤੁਹਾਨੂੰ ਇਨਵਾਈਟ ਕੀਤਾ ਡੇਲੀ। ਸੋ ਉੱਥੇ ਐਜ਼ ਮਿਦਾਂਸ਼ ਦੇ ਉਸ ਅਚੀਵਮੈਂਟ ਨੂੰ ਲੈ ਕੇ ਕੀਤਾ ਜਾ ਰਿਹਾ, ਤਾਂ ਜਿਹੜੀ HCPC ਦੇ ਉੱਤੇ ਵਰਕਆਊਟ ਹੋਇਆ ਉਹਦੇ ਬਾਰੇ ਤੁਸੀਂ ਦੱਸੋ।
ਹਾਂਜੀ, SGPC ਆਪਾਂ ਨੂੰ ਪਤਾ ਹੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜੋ ਕਿ ਆਪਣੇ ਪੰਜਾਬ ਦੀ ਕਾਫੀ ਅੱਛੀ ਇੱਕ ਆਰਗੇਨਾਈਜੇਸ਼ਨ ਹੈ ਸਿੱਖਾਂ ਦੀ, ਤੇ ਆਪਾਂ ਬਹੁਤ ਰਿਸਪੈਕਟ ਕਰਦੇ ਹਾਂ ਉਸ ਆਰਗੇਨਾਈਜੇਸ਼ਨ ਦੇ ਔਰ ਥੈਂਕਫੁਲ ਹਾਂ ਕਿ ਉਹਨਾਂ ਨੇ ਸਾਨੂੰ ਚਲੋ ਇਹ ਸਰਵਿਸ ਦਾ ਇੱਕ ਮੌਕਾ ਦਿੱਤਾ। ਤੇ ਉੱਥੇ ਇਹ ਸੀਗਾ ਕਿ ਸਰ ਉਹਨਾਂ ਦੀ ਰਿਕੁਆਇਰਮੈਂਟ ਸੀਗੀ ਕਿ SGPC ਜਿਹੜੀ ਆਰਗੇਨਾਈਜੇਸ਼ਨ ਹੈ ਉਹਦੀ ਇੱਕ ਨਵੀਂ ਸਾਈਟ ਡਿਵੈਲਪ ਕੀਤੀ ਜਾਵੇ। ਓਕੇ। ਹਾਂਜੀ, ਉਹਨਾਂ ਨੇ ਸਾਡੀ ਅਚੀਵਮੈਂਟ ਨੂੰ ਦੇਖਦੇ ਹੋਏ ਸਾਡੇ ਨਾਲ ਕੰਸਲਟ ਕੀਤਾ ਕਿ ਸਾਨੂੰ ਇੱਕ ਅੱਛੇ ਉਹ ਚਾਹੀਦੇ ਨੇਗੇ ਡਿਵੈਲਪਰ। ਓਕੇ। ਹਾਂਜੀ, ਉਹ 'ਚ ਜਿਹੜਾ ਫਰੰਟ ਐਂਡ ਤੇ ਕੰਮ ਸੀਗਾ ਡਿਜ਼ਾਈਨਿੰਗ ਰਿਲੇਟਿਡ, ਉਹ ਮੋਸਟਲੀ ਬੇਟੇ ਨੇ ਤੇ ਮੈਨੇ, ਅਸੀਂ ਦੋਨਾਂ ਨੇ ਮਿਲ ਕੇ ਕੀਤਾ। ਬੈਕ ਐਂਡ ਦਾ ਜਿਹੜਾ ਕੰਮ ਸੀਗਾ ਉਹ ਮੇਰੇ ਹਸਬੈਂਡ ਨੇ ਕੀਤਾ। ਓਕੇ। ਤੇ ਉਹਦੀ 30 ਜਨਵਰੀ ਨੂੰ ਲਾਂਚਿੰਗ ਸੀਗੀ sgpcamritsar.org, ਤੇ ਉੱਥੇ ਸਪੈਸ਼ਲ ਈਵਨ ਬੱਚਿਆਂ ਨੂੰ ਉਹਨਾਂ ਨੇ ਕੁਝ 1 ਕਰੋੜ ਸਮਥਿੰਗ ਦੀ ਸਕਾਲਰਸ਼ਿਪ ਵੀ ਵੰਡੀ ਬੀਬੀ ਜੀ ਨੇ। ਉੱਥੇ ਉਹਨਾਂ ਨੇ ਬੱਚਿਆਂ ਨੂੰ ਬੜਾ ਮੋਟੀਵੇਟ ਕੀਤਾ ਕਿ ਦੇਖੋ ਬੱਚੋ, ਇਹ 11 ਸਾਲ ਦਾ ਬੱਚਾ ਜਿਹੜਾ ਕੁਝ ਕਰ ਗਿਆ ਔਰ ਆਪਣੀ ਕੰਪਨੀ ਚਲਾ ਰਿਹਾ ਹੈ, ਤੇ ਮੈਂ ਚਾਹੂੰਗੀ ਕਿ ਤੁਸੀਂ ਜਿਹੜੇ ਸਾਡੀ ਆਰਗੇਨਾਈਜੇਸ਼ਨ ਦੇ ਬੱਚੇ ਹੋ, ਕਿਉਂਕਿ ਉਹਨਾਂ ਦੀ ਆਰਗੇਨਾਈਜੇਸ਼ਨ ਸਕੂਲ ਕਾਲਜਸ ਵਿੱਚ ਚਲਾਉਂਦੀ ਹੈ, ਹਾਂਜੀ ਹਾਂਜੀ, ਤੇ ਤੁਸੀਂ ਵੀ ਕੁਝ ਕਰੋ ਆਪਣੀ ਲਾਈਫ 'ਚ ਤਾਂ ਕਿ ਤੁਹਾਡਾ ਵੀ ਕਿਤੇ ਕੋਈ ਨਾਮ ਹੋ। ਮੇਰੇ ਖਿਆਲ ਨਾਲ ਐਟ ਦੈਟ ਮੂਮੈਂਟ ਸਭ ਤੋਂ ਪ੍ਰਾਊਡ ਮੂਮੈਂਟਸ ਹੁੰਦੀਆਂ ਨੇ। ਬਿਲਕੁਲ ਬੀਬੀ ਜੀ ਨੇ ਇੰਨੀ ਜ਼ਿਆਦਾ ਇਸ ਬੱਚੇ ਦੀ ਪ੍ਰੇਜ਼ ਕੀਤੀ, ਕਹਿੰਦੇ ਅਸੀਂ ਤਾਂ ਇਸ ਉਮਰ 'ਚ ਆ ਕੇ ਕੁਝ ਕੀਤਾ ਹੈ। ਤੇ ਬੱਚੇ ਨੇ ਦੱਸੋ 11 ਸਾਲ ਦੀ ਕਿਹੜੀ ਉਮਰ ਹੁੰਦੀ ਆ, ਬੱਚਿਆਂ ਦੀ ਖੇਡਣ ਦੀ ਉਮਰ ਹੁੰਦੀ ਹੈ, ਕਿ ਜਦੋਂ ਇਸ ਬੱਚੇ ਨੇ ਇੰਨਾ ਕੁਝ ਅਚੀਵ ਕਰ ਲਿਆ ਹੋਇਆ ਹੈ। ਬਿਲਕੁਲ ਬਿਲਕੁਲ ਬਿਲਕੁਲ। ਸੋ ਜਿਸ ਤਰੀਕੇ ਨਾਲ ਤੁਸੀਂ ਦੱਸ ਰਹੇ ਸੀਗੇ ਵੀ ਸਾਂਪਲਾ ਸਾਹਿਬ ਉਹਨਾਂ ਨੇ ਵੀ ਇਨਵਾਈਟ ਕੀਤਾ ਜਦੋਂ ਉਹਨਾਂ ਨੂੰ ਚੇਅਰਮੈਨਸ਼ਿਪ ਮਿਲੀ, ਤੇ ਉੱਥੇ ਤੋਂ ਇਨਵਾਈਟ ਕੀਤਾ। ਹਾਂਜੀ, ਸਾਂਪਲਾ ਜੀ ਨਾਲ ਵੀ ਸਾਡੇ ਕਾਫੀ ਅੱਛੇ ਰਿਲੇਸ਼ਨ ਹੈ 2-3 ਸਾਲ ਤੋਂ, ਤੇ ਕਾਫੀ ਪਿਆਰ ਹੈ ਸਾਡਾ ਉਹਨਾਂ ਨਾਲ। ਉਹਨਾਂ ਲਈ ਵੀ ਕਿ ਬਹੁਤ ਬੜੀ ਅਚੀਵਮੈਂਟ, ਬੜਾ ਅੱਛਾ ਟਾਈਮ ਸੀਗਾ ਕਿ ਉਹਨਾਂ ਨੂੰ ਹੁਣ ਚੇਅਰਮੈਨ ਬਣਾਇਆ ਗਿਆ। ਸਾਨੂੰ ਵੀ ਬਹੁਤ ਜ਼ਿਆਦਾ ਖੁਸ਼ੀ ਸੀਗੀ, ਤੇ ਅਸੀਂ ਉੱਥੇ ਦਿੱਲੀ ਇਨਵਾਈਟਡ ਸੀਗੇ ਉਹਨਾਂ ਦੇ ਪ੍ਰੋਗਰਾਮ 'ਚ, ਤੇ ਉੱਥੇ ਹੋਰ ਵੀ ਕਈ ਮਿਨਿਸਟਰਸ ਆਏ ਹੋਏ ਸੀਗੇ, ਉਹਨਾਂ ਨਾਲ ਵੀ ਸਾਡੀ ਉਹਨਾਂ ਨੇ ਇੰਟਰੈਕਸ਼ਨ ਕਰਵਾਈ। ਈਵਨ ਬੇਟੇ ਦੀ ਖਾਸ ਕਰਕੇ ਇੰਟਰੈਕਸ਼ਨ ਕਰਵਾਈ, ਕਿਉਂਕਿ ਇੱਕ ਬੱਚੇ ਦੀ ਅਚੀਵਮੈਂਟ ਬੱਚੇ ਦੀ ਹੀ ਹੁੰਦੀ ਹੈਗੀ। ਬਿਲਕੁਲ ਬਿਲਕੁਲ। ਹਾਂਜੀ। ਸੋ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੋਈ ਗਵਰਨਮੈਂਟ ਦਾ ਵੀ ਐਸਾ ਪ੍ਰੋਜੈਕਟ, ਐਸੀ ਕੋਈ ਵੈਬਸਾਈਟ ਜਿਹੜੀ ਆ ਡਿਵੈਲਪ ਕਰਨ ਵਾਸਤੇ ਤੁਸੀਂ ਕੋਸ਼ਿਸ਼ ਕਰ ਰਹੇ ਹੋ? ਇਹ ਬੱਚਾ ਤੁਹਾਡੇ ਹਸਬੈਂਡ ਤੇ ਤੁਸੀਂ ਖੁਦ ਰਲ ਕੇ ਕੋਈ ਐਸੀ? ਹਾਂਜੀ, ਅਸੀਂ ਸੋਚ ਰਹੇ ਹਾਂ ਜਿੱਦਾਂ ਕਿ ਸਕੂਲਾਂ ਵਾਸਤੇ ਸਪੈਸ਼ਲੀ ਅਸੀਂ ਸੋਚ ਰਹੇ ਹਾਂ ਕਿ ਕਿੱਦਾਂ ਦੀ ਵੈਬਸਾਈਟ ਲਾਂਚ ਕੀਤੀ ਜਾਵੇ ਜਿਸ 'ਚ ਬੱਚਿਆਂ ਨੂੰ ਹੈਲਪ ਮਿਲੇ, ਚਾਹੇ ਉਹ ਬੱਚੇ ਘਰ ਬੈਠੇ ਹੈ, ਚਾਹੇ ਸਕੂਲ ਹੈ, ਉੱਥੇ ਆਪਣਾ ਸਾਰਾ ਈਵਨ ਗਵਰਨਮੈਂਟ ਸਕੂਲਾਂ ਲਈ ਅਸੀਂ ਸੋਚ ਰਹੇ ਹਾਂ ਕਿ ਉਸ ਚੀਜ਼ ਨੂੰ ਅਸੀਂ ਫ੍ਰੀ ਆਫ ਕੋਸਟ ਕਰਨ ਦੀ ਸੋਚ ਰਹੇ ਹਾਂ ਕਿ ਕੁਝ ਇੱਦਾਂ ਦਾ ਪਲੇਟਫਾਰਮ ਤਿਆਰ ਕਰਦੇ। ਕਿਉਂਕਿ ਦੇਖੋ ਪ੍ਰਾਈਵੇਟ ਸਕੂਲ ਕਰ ਸਕਦੇ ਆ, ਬੀਅਰ ਕਰ ਸਕਦੇ ਆ ਐਕਸਪੈਂਸ, ਲੇਕਿਨ ਗਵਰਨਮੈਂਟ ਸਕੂਲ ਨਹੀਂ ਕਰ ਸਕਦੇ। ਤੇ ਅਸੀਂ ਚਾਹੁੰਦੇ ਕਿ ਗਵਰਨਮੈਂਟ ਸਕੂਲਾਂ ਦੇ ਬੱਚਿਆਂ ਨੂੰ ਵੀ ਐਕਸਪੋਜ਼ਰ ਮਿਲੇ। ਪ੍ਰਾਈਵੇਟ ਵਾਲੇ ਤਾਂ ਖੁਦ ਹੀ ਦੇ ਦਿੰਦੇ ਐਕਸਪੋਜ਼ਰ, ਲੇਕਿਨ ਗਵਰਨਮੈਂਟ ਸਕੂਲ ਦੇ ਬੱਚਿਆਂ ਨੂੰ ਨਹੀਂ ਮਿਲਦਾ। ਤੁਸੀਂ ਇਹ ਗਵਰਨਮੈਂਟ ਸਕੂਲ ਦੀ ਗੱਲ ਕੀਤੀ, ਕੀ ਤੁਸੀਂ ਚਾਹੋਗੇ ਕਿ ਤੁਹਾਡਾ ਬੇਟਾ ਕਿਤੇ ਨਾ ਕਿਤੇ ਜਾ ਕੇ ਕਾਉਂਸਲਿੰਗ ਜਾਂ ਕਲਾਸਿਸ ਗਵਰਨਮੈਂਟ ਸਕੂਲ ਦੇ ਵਿੱਚ ਕਿਤੇ ਸੈਸ਼ਨ ਹੋਵੇ ਇੰਟਰੈਕਟ, ਜਿੱਥੇ 100 200 300 ਬੱਚਾ ਇਕੱਠਾ ਹੋਵੇ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਜਾ ਕੇ? ਕਿਉਂਕਿ ਜਦੋਂ ਉਹਨਾਂ ਕੋਲ ਇਹ ਚੀਜ਼ ਜਾਏਗੀ ਤੇ ਉਹਨਾਂ ਦੇ ਅੰਦਰ ਵੀ ਇੱਕ ਨਵਾਂ ਮੁਰਾਲ ਉੱਠੇਗਾ, ਉਹਨਾਂ ਨੂੰ ਲੱਗੇਗਾ ਵੀ ਆਪਣੀ ਕਹਿੰਦੇ ਨੇ એનર્ਜੀ ਬੂਸਟਰ ਦੀ ਤਰ੍ਹਾਂ ਕੰਮ ਕਰੇਗਾ। ਆਈ ਥਿੰਕ ਸ਼ਾਇਦ ਸੋ ਇਸ ਤਰ੍ਹਾਂ। ਬਿਲਕੁਲ ਸਰ, ਬਿਲਕੁਲ। ਅਸੀਂ ਚਾਹੁੰਦੇ ਹਾਂ ਕਿ ਬੇਟਾ ਜਾਏ ਔਰ ਹਰ ਤਰ੍ਹਾਂ ਦੇ ਬੱਚਿਆਂ ਨਾਲ ਇੰਟਰੈਕਟ ਕਰੇ। ਸਾਨੂੰ ਇਦਾਂ ਕੁਝ ਨਹੀਂ ਕਿ ਗਵਰਨਮੈਂਟ ਸਕੂਲ ਹੈ, ਪ੍ਰਾਈਵੇਟ ਸਕੂਲ ਹੈ, ਕੋਈ ਛੋਟਾ ਹੈ, ਕੋਈ ਬੜਾ, ਇਦਾਂ ਕੁਝ ਨਹੀਂ। ਸਾਡੇ ਲਈ ਸਾਰੇ ਇੱਕੋ ਜਿਹੇ ਹੈ। ਅਸੀਂ ਚਾਹੁੰਦੇ ਹਾਂ ਕਿ ਅਗਰ 100 ਬੱਚਿਆਂ ਨੂੰ ਡਿਲੀਵਰ ਕਰ ਰਹੇ ਹਾਂ, ਉਹ ਉਹਨਾਂ ਦੀ ਕਿਸਮਤ ਹੈ ਕਿ ਕਿੰਨੇ ਉਹ 'ਚ ਪੋਜ਼ਿਟਿਵ ਹੁੰਦੇ ਆ, ਠੀਕ ਹੈ। ਬਟ ਅਸੀਂ ਚਾਹੁੰਦੇ ਹਾਂ ਕਿ ਹਰ ਕੋਈ ਬੱਚਾ ਐਂਟਰਪ੍ਰੀਨਿਓਰ ਬਣੇ, ਚਾਹੇ ਉਹ ਕਿਸੇ ਵੀ ਆਰਟ 'ਚ ਬਣੇ। ਮੈਨੂੰ ਸਭ ਤੋਂ ਚੰਗਾ ਲੱਗਿਆ, ਬਿਲਕੁਲ ਜੀ, ਮੈਨੂੰ ਭੈਣ ਜੀ ਦੀ ਗੱਲਬਾਤ ਸਭ ਤੋਂ ਚੰਗੀ ਲੱਗੀ, ਕਿਉਂਕਿ ਕਦੀ ਤਾਂ ਕਿਸੇ ਨੇ ਗੱਲਬਾਤ ਕੀਤੀ ਕਿ ਗਵਰਨਮੈਂਟ ਸਕੂਲ ਦੇ ਵਿੱਚ ਵੀ ਡਿਵੈਲਪਮੈਂਟ ਹੋਣੀ ਚਾਹੀਦੀ ਆ। ਗਵਰਨਮੈਂਟ ਸਕੂਲ ਦੇ ਬੱਚੇ ਜਿਹੜੇ ਨੇ ਉਹਨਾਂ ਦੇ ਅੰਦਰ ਵੀ ਇਹ ਸਕਿੱਲ ਡਿਵੈਲਪ ਹੋਵੇ, ਉਹ ਵੀ ਅੱਗੇ ਨਿਕਲਣ। ਕਿਉਂਕਿ ਮੋਸਟਲੀ ਇਹੀ ਗੱਲ ਕਹੀ ਜਾਂਦੀ, ਕਿਉਂਕਿ ਮੈਂ ਇੱਥੇ ਗੱਲ ਜ਼ਰੂਰ ਥੋੜੀ ਛੇੜਾਂਗਾ ਕਿ ਮੋਸਟਲੀ ਅਸੀਂ ਡਿਸਕ੍ਰਿਮੀਨੇਸ਼ਨ ਵੱਲ ਨੂੰ ਵੱਧ ਰਹੇ ਹਾਂ, ਕਿਉਂਕਿ ਪ੍ਰਾਈਵੇਟ ਸਕੂਲ ਵਾਲੇ ਕਹਿੰਦੇ ਨੇ ਗਵਰਨਮੈਂਟ ਸਕੂਲ ਦੀ ਅਚੀਵਮੈਂਟ ਨਹੀਂ, ਉਹ ਬੱਚੇ ਪੜ੍ਹ ਲਿਖ ਨਹੀਂ ਸਕਦੇ, ਅਸੀਂ ਬੈਟਰ ਹਾਂ ਐਂਡ ਉਹ ਸਾਡੇ ਤੋਂ ਲੋ ਲੈਵਲ ਤੇ ਨੇ, ਐਂਡ ਬੱਚਿਆਂ ਦੇ ਅੰਦਰ ਇਹ ਡਿਸਕ੍ਰਿਮੀਨੇਸ਼ਨ ਪੈਦਾ ਕੀਤੀ ਜਾਂਦੀ ਹੈ। ਪਰ ਸਭ ਤੋਂ ਚੰਗਾ ਲੱਗਿਆ ਮੈਨੂੰ ਅਗਰ ਮਿਤਾਂਸ਼ ਦੇ ਮਾਤਾ ਜੀ ਨੇ ਇਹ ਗੱਲ ਕਹਿ ਦਿੱਤੀ ਹੈ ਕਿ ਅਸੀਂ ਗਵਰਨਮੈਂਟ ਸਕੂਲਾਂ ਦੇ ਵਿੱਚ ਵੀ ਜਾ ਕੇ ਇਹੋ ਜਿਹਾ ਕੰਮ ਕਰੀਏ ਤੇ ਐਜੂਕੇਸ਼ਨ ਸਿਸਟਮ ਦੇ ਵਿੱਚ ਕੁਛ ਨਵੀਂ ਚੀਜ਼ ਲੈ ਕੇ ਆਈਏ। ਸੋ ਬਿਲਕੁਲ ਹਮੇਸ਼ਾ ਹੀ ਅਸੀਂ ਕਹਿੰਦੇ ਹਾਂ ਕਿ ਇਹੋ ਜਿਹੇ ਮਾਂ-ਬਾਪ ਹਰ ਬੱਚੇ ਨੂੰ ਮਿਲਣ ਜਿਹੜੇ ਉਹਦੀ ਨਬਜ਼ ਨੂੰ ਪਛਾਣਨ ਤੇ ਉਹਨੂੰ ਅੱਗੇ ਬੁਲੰਦੀਆਂ ਤੱਕ ਪਹੁੰਚਾਉਣ ਵਾਸਤੇ ਆਪਣਾ ਜਿਹੜਾ ਯੋਗਦਾਨ ਆ, ਸਪੋਰਟ ਜਿਹੜੀ ਆ ਉਹ ਦਿੰਦੇ ਨੇ। ਈਵਨ ਸਰ ਮੈਂ ਤਾਂ ਇਹ ਵੀ ਕਹੂੰਗੀ ਕਿ ਪ੍ਰਾਈਵੇਟ ਸਕੂਲਾਂ ਨਾਲੋਂ ਗਵਰਨਮੈਂਟ ਸਕੂਲ ਦੇ ਬੱਚਿਆਂ 'ਚ ਟੈਲੈਂਟ ਬਹੁਤ ਜ਼ਿਆਦਾ ਹੈ। ਜੋ ਉਹ ਚੀਜ਼ ਕਰ ਸਕਦੇ ਨੇ ਉਹ ਪ੍ਰਾਈਵੇਟ ਸਕੂਲ ਦਾ ਬੱਚਾ ਨਹੀਂ ਕਰ ਸਕਦਾ। ਜਿਸ ਐਨਵਾਇਰਨਮੈਂਟ 'ਚ ਉਹ ਬੈਠੇ ਹੈ,
ਉਹ ਪ੍ਰਾਈਵੇਟ ਸਕੂਲ ਦੇ ਬੱਚੇ ਕਦੇ ਹੀ ਨਹੀਂ ਕਰ ਸਕਦੇ ਜੋ ਗਵਰਨਮੈਂਟ ਸਕੂਲ ਦਾ ਬੱਚਾ ਬਿਲਕੁਲ। ਕੈਪੇਬਿਲਿਟੀ ਰੱਖਦਾ ਹੈ। ਮੈਨੂੰ ਬੜੀ ਤਸੱਲੀ ਮਿਲੀ ਤੁਸੀਂ ਜਦੋਂ ਇਹ ਗੱਲ ਕੀਤੀ, ਕਿਉਂਕਿ ਅਸੀਂ ਵੀ ਗਵਰਨਮੈਂਟ ਸਕੂਲਾਂ ਦੇ ਪੜ੍ਹੇ ਹੋਏ ਹਾਂ। ਪਰ ਬਿਲਕੁਲ ਇੱਕ sir। ਨਾਲ ਦੀ ਨਾਲ ਗੱਲ ਜ਼ਰੂਰ ਜੋੜ ਦਿਆਂਗਾ ਕਿ ਮੇਰੇ ਖਿਆਲ ਨਾਲ ਹੁਣ ਤੱਕ ਜਿੰਨੇ PCS ਨੇ ਜੱਜ ਦੀ ਕੁਰਸੀ ਦੇ ਉੱਤੇ ਬੈਠੇ, ਪਿਛਲੇ ਦਿਨਾਂ ਦੇ ਵਿੱਚ ਵੀ ਸਾਡੇ ਪੰਜਾਬ ਚੋਂ 2 ਬੱਚੇ ਜੱਜ ਬਣੇ ਨੇ, ਉਹ ਗਵਰਨਮੈਂਟ ਸਕੂਲਾਂ ਦੇ ਪੜ੍ਹੇ ਹੋਏ ਸੀਗੇ। ਈਵਨ ਸਰ ਮੇਰੇ ਮਾਸੀ ਦਾ ਬੇਟਾ ਹੈ, ਉਹ ਵੀ ਅੱਜ ਜੱਜ ਹੈਗਾ, ਠੀਕ ਹੈ, ਤੇ ਉਹ ਵੀ ਗਵਰਨਮੈਂਟ ਸਕੂਲ 'ਚ ਸਾਨੂੰ ਅੱਜ ਵੀ ਯਾਦ ਹੈ ਕਿਉਂਕਿ ਉਹ ਝੋਲਾ ਆ ਜਿਹਨੂੰ ਆਪਾਂ ਕਹਿੰਦੇ ਉਹ ਚੱਕ ਕੇ ਉਹ ਸਕੂਲ ਜਾਂਦਾ ਹੁੰਦਾ ਸੀ, ਅਸੀਂ ਉੱਥੇ ਹੱਸਦੇ ਹੁੰਦੇ ਸੀਗੇ। ਉਹ ਮਤਲਬ ਗਵਰਨਮੈਂਟ ਸਕੂਲ 'ਚ ਪੜ੍ਹਦਾ ਸੀ ਉਸ ਟਾਈਮ ਤੇ ਅੱਜ ਦੇਖੋ ਬੱਚਾ ਜੱਜ ਬਣਿਆ ਹੋਇਆ, ਉਹ ਵੀ ਸਾਡੇ ਲਈ ਇੱਕ ਬਹੁਤ ਪ੍ਰਾਊਡ ਮੂਵਮੈਂਟ ਹੈ। ਬਿਲਕੁਲ ਬਿਲਕੁਲ। ਸੋ ਬਿਲਕੁਲ ਅਸੀਂ ਉਹੀ ਗੱਲ ਕਰਨੇ ਆ ਬਾਰ-ਬਾਰ ਕਿ ਦੇਖੋ ਇੱਕ ਮਾਂ ਐਂਡ ਸੁਸਾਇਟੀ 'ਚ ਰਹਿੰਦੇ ਹੋਏ ਸੋਸਾਇਟੀ ਨੂੰ ਵੀ ਅਸੀਂ ਸਪੋਰਟ ਕਰਦੇ ਆ, ਤੇ ਵੱਡੀ ਗੱਲ ਹੈ ਕਿ ਇਹਨਾਂ ਨੇ ਸੋਚਿਆ ਹੋਇਆ ਕਿ ਅਸੀਂ ਜੁਆਇੰਟ ਐਫਰਟਸ ਨਾਲ ਜੇ SGPC ਜਿਹਦੇ ਵਿੱਚ ਦੇਖੋ ਬੇਟੇ ਤੇ ਮਾਂ ਨੇ SGPC ਦੀ ਵੈਬਸਾਈਟ ਨੂੰ ਜਿਹੜਾ ਡਿਵੈਲਪ ਕਰਨ ਦੇ ਲਈ ਤੇ ਨਾਲ ਦੀ ਨਾਲ ਫਾਦਰ ਨੇ ਬੈਕ ਐਂਡ ਤੇ ਕੰਮ ਕੀਤਾ, ਇਹ ਵੱਡੀ ਗੱਲ ਹੈ। ਸੋ ਇਹਨੂੰ ਜੁਆਇੰਟ ਐਫਰਟ ਕਹਿੰਦੇ, ਤੇ ਕਦੀ ਵੀ ਕੋਈ ਵੀ ਔਕੜ ਇਹਨਾਂ ਦੇ ਰਸਤੇ 'ਚ ਨਹੀਂ ਆਏਗੀ ਤੇ ਤਰੱਕੀਆਂ ਤੇ ਬੁਲੰਦੀਆਂ ਦੇ ਜਿਹੜੇ ਆਸਮਾਨ ਜਿਹੜੀਆਂ ਨੇ ਉਹ ਛੂਹਦੇ ਰਹਿਣਗੇ। ਸੋ ਅਸੀਂ ਖੁਦ ਆਪਣੇ ਵੱਲੋਂ ਦਿਲੋਂ ਉਮੀਦ ਕਰਦੇ ਹਾਂ ਤੇ ਬੱਚੇ ਨੂੰ ਬੈਸਟ ਆਫ ਲੱਕ ਕਹਿੰਦੇ ਆ। ਮੈਨੂੰ ਬਹੁਤ ਚੰਗਾ ਲੱਗਿਆ, ਮਹਿਸੂਸ ਹੋਇਆ ਆਪਣੀ ਉਮਰ ਦੇ ਵਿੱਚ ਦੇਖ ਕੇ, ਕਿਉਂਕਿ ਮੈਂ ਇੱਕ ਗੱਲ ਕਰਾਂ ਤੇ ਮੈਂ ਖੁਦ ਵੀ IT ਇੱਕ ਡਿਪਲੋਮਾ ਕੀਤਾ ਸੀ, ਪਰ ਮੈਨੂੰ ABCD ਨਹੀਂ ਆਉਂਦੀ। ਪਰ ਮੈਨੂੰ ਅੱਜ ਚੰਗਾ ਲੱਗਿਆ ਕਿ 11 ਸਾਲ ਦੀ ਉਮਰ ਦੇ ਵਿੱਚ ਬੱਚੇ ਦੀ ਏਡੀ ਵੱਡੀ ਅਚੀਵਮੈਂਟ, ਐਂਡ ਸਟਾਰਟਿੰਗ ਕਿਹੜੀ ਸੀ ਏਜ ਤੋਂ ਆ? 5 ਸਾਲ ਦੀ ਏਜ ਦੇ ਤੋਂ। ਸੋ 5 ਸਾਲ ਦੀ ਏਜ ਦੇ ਵਿੱਚ ਮੋਸਟਲੀ ਬੱਚੇ ਜਿਹੜੇ ਨੇ ਉਹ ਜਿੱਦ ਕਰਦੇ ਨੇ ਸਭ ਕੁਛ ਆ, ਪਰ ਇਹ 5 ਸਾਲ ਦੀ ਏਜ ਦੇ ਵਿੱਚ ਆਪਣੇ ਪਾਪਾ ਦੀ ਕਲਾਸ 'ਚ ਬੈਠਦਾ ਸੀ ਜਿੱਥੇ ਕਿ ਬੱਚਿਆਂ ਨੂੰ ਉਹਨਾਂ ਦੇ ਫਾਦਰ ਸਾਹਿਬ ਜਿਹੜੇ ਸੀ ਉਹ ਪੜ੍ਹਾਉਂਦੇ ਸੀ, ਮਦਰ ਪੜ੍ਹਾਉਂਦੇ ਸੀ ਉੱਥੇ। ਸੋ ਅਸੀਂ ਇਹ ਕਹਿੰਦੇ ਹਾਂ ਕਿ ਇਹ ਇੱਕ ਮੈਸੇਜ ਹੈ ਸਾਡੇ ਲਈ, ਇੱਕ ਅਸੀਂ ਕਹਿੰਦੇ ਰੋਲ ਮਾਡਲ। ਬਹੁਤ ਸਾਰੇ ਬੱਚੇ ਇਸ ਬੱਚੇ ਨੂੰ ਰੋਲ ਮਾਡਲ ਬਣਾ ਸਕਦੇ ਨੇ ਕਿ ਅਗਰ ਇਹ ਕਰ ਸਕਦੇ ਨੇ ਤੇ ਅਸੀਂ ਕਿਉਂ ਨਹੀਂ। ਸੋ ਸਵਾਲ ਇਹ ਹੈ ਕਿ ਮੈਂ ਚਾਹੁੰਦਾ ਕਿ ਬੱਚੇ ਜਿਹੜੇ ਨੇ ਉਹ ਕੁਛ ਨਾ ਕੁਛ ਸਿੱਖਣ ਜ਼ਰੂਰ। ਮਦਾਂਸ਼ੂ ਜੀ ਨੇ ਜਿਹੜਾ ਮੈਸੇਜ ਦਿੱਤਾ ਹੈ, ਸੋ ਉਸ ਮੈਸੇਜ ਨੂੰ ਆਪਣੇ ਅੰਦਰ ਡਿਵੈਲਪ ਕਰਨ, ਸੁਸਾਇਟੀ ਜਿਹੜੀ ਆ ਉਹ ਇਹ ਤੋਂ ਕੁਛ ਸਿੱਖੇ। ਸੋ ਜੁੜੇ ਰਹੋ ਨੇਸ਼ਨ ਪੋਸਟ ਨਾਲ, ਇਸੇ ਤਰ੍ਹਾਂ ਹਮੇਸ਼ਾ ਹੋਰ ਹਸਤੀਆਂ ਨਾਲ ਅਸੀਂ ਮਿਲਾਉਂਦੇ ਰਹਾਂਗੇ। ਧੰਨਵਾਦ ਜੀ।